हाँ जी, रेडियो लोहगढ़ सुन रहे सारे ਸਰੋਤਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸਮੀਖਿਆ ਦੇ ਵਿੱਚ। ਤੇ ਸਮੇਂ ਦੀ ਨਜਾਕਤ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਨੇ ਕਿਸ ਤਰੀਕੇ ਦੇ ਨਾਲ ਸਾਰੀ ਦੁਨੀਆ ਨੂੰ ਭੈਭੀਤ ਕਰਿਆ ਹੋਇਆ ਜੀ। ਤੇ ਬਹੁਤ ਸਾਰੇ ਜਿਹੜੇ ਕੰਟਰੀ ਨੇ ਤੋ ਇਸ ਮਹਾਮਾਰੀ ਦੇ ਗ੍ਰਿਫਤ ਦੇ ਵਿੱਚ ਆਏ ਨੇ। ਸੋ ਜਿਹੜੀਆਂ ਰੂਹਾਂ ਇਸ ਰੋਗ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ, ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ। ਅਤੇ ਜਿਹੜੇ ਬਾਕੀ ਦੇ ਨੇ ਤੇ ਉਹਨਾਂ ਦੇ ਅਸੀਂ ਜਿਹੜੀ ਹੈ ਸਿਹਤਯਾਬੀ ਦੀ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ ਹਾਂ। ਸੋ ਇਸੇ ਕਾਰਨ ਆਪਾਂ ਵੀ ਜਿਹੜਾ ਰੂਲਸ ਨੇ ਸਥਾਨਕ ਉਹਨਾਂ ਨੂੰ ਫੋਲੋ ਕਰਦੇ ਹਾਂ, ਜਿਹੜੀ ਸੋਸ਼ਲ ਡਿਸਟੈਂਸਿੰਗ ਵਗੈਰਾ ਦੇ ਸੀ। ਅਤੇ ਆਪਾਂ ਜਿਹੜਾ ਪ੍ਰੋਗਰਾਮ ਆ ਪਿਛਲੇ ਸਮੇਂ ਦੇ ਵਿੱਚ ਨਹੀਂ ਕਰ ਪਾਏ। ਸੋ ਅੱਜ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਆਪਾਂ ਸਾਰੇ ਜਿਹੜੀ ਆ ਸੋਸ਼ਲ ਡਿਸਟੈਂਸਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਜਿਹੜਾ ਪ੍ਰੋਗਰਾਮ ਦੁਬਾਰੇ ਚਾਲੂ ਕਰ ਰਹੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੇ ਆ ਕਰੋਨਾ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ, ਜਿਸ ਦੇ ਨਾਲ ਸਾਡਾ ਜਿਹੜਾ ਸੰਬੰਧ ਹੈ, ਖਾਸ ਕਰਕੇ ਜੇ ਅਸੀਂ ਸਿੱਖ ਕੌਮ ਦੇ ਨਾਲ ਤੇ ਇੰਡੀਆ ਦੇ ਨਾਲ, ਤੇ ਇੰਡੀਆ ਦਾ ਜਿਹੜਾ ਭਾਰਤੀ ਰਾਸ਼ਟਰਵਾਦ ਹੈ ਜਾਂ ਉੱਥੇ ਦਾ ਜਿਹੜਾ ਭਗਵਾਂਕਰਨ ਹੋ ਚੁੱਕਿਆ ਮੀਡੀਆ ਦਾ ਜਾਂ ਸਾਰੇ ਕਾਸੇ ਦਾ ਇੱਕ ਯੋਜਨਾ ਦੇ ਤਹਿਤ, ਉਹਦੇ ਵੱਲੋਂ ਜਿਹੜੀਆਂ ਖਬਰਾਂ ਦਿਨ ਪ੍ਰਤੀ ਦਿਨ ਪ੍ਰਕਾਸ਼ ਦਾ ਹੁਣ ਤੱਕ ਵੀ ਜਿਹੜੀਆਂ ਹੋ ਰਹੀਆਂ ਨੇ, ਤਾਂ ਉਹਨਾਂ ਦੇ ਵੱਲ ਆਪਾਂ ਜਿਹੜਾ ਧਿਆਨ ਆ ਉਹ ਆਪਣੀ ਕੌਮ ਦਾ ਦਿਵਾਉਣਾ ਚਾਹੁੰਦੇ ਹਾਂ। ਵੈਸੇ ਬਹੁਤ ਸਾਰੇ ਜਿਹੜੇ ਸਾਡੇ ਸੂਝਵਾਨ ਇੰਡੀਵਿਜੂਅਲਸ ਨੇ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨਿਰੰਤਰ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਇਹਨਾਂ ਦਾ ਜਿਹੜਾ ਉਹ ਤਬਸਰਾ ਪੂਰੀ ਜਿਹੜੀ ਕੌਮ ਦੇ ਅੱਗੇ ਪੇਸ਼ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਕਰੋਨਾ ਕਿ ਉਹ ਕਿਵੇਂ ਜਾਤ ਧਰਮ ਨੂੰ ਦੇਖ ਕੇ ਉਹ ਕਹਿੰਦੇ ਵੀ ਉਹ ਹੁੰਦਾ ਵੀ ਉਹ ਉੱਥੇ ਉਹਦਾ ਜਾਣੀ ਕਰੋਨੇ ਦਾ ਵੀ ਕੋਈ ਜਾਤ ਜਾਂ ਧਰਮ ਹੈ, ਜਦ ਕਿ ਪੂਰੇ ਵਰਲਡ ਦੇ ਵਿੱਚ ਲੋਕ ਆਪਣੇ ਸਿਟੀਜ਼ਨ ਦੇਖਦੇ ਨੇ ਤੇ ਆਪਣੇ ਸਿਟੀਜ਼ਨ ਦੇਖ ਕੇ ਵੱਖੋ ਵੱਖਰੇ ਜਿਹੜੇ ਕੰਟਰੀਜ਼ ਦੇ ਲੋਕਾਂ ਨੇ ਉਹਨਾਂ ਨੇ ਆਪਣੀਆਂ ਇੰਤਜ਼ਾਮ ਕੀਤੀਆਂ ਕਿ ਜਿੱਥੇ ਵੀ ਸਾਡਾ ਕੋਈ ਸਿਟੀਜ਼ਨ ਬੈਠਾ ਉਹਨੂੰ ਵਾਪਸ ਅਸੀਂ ਕਿਸ ਤਰੀਕੇ ਦੇ ਨਾਲ ਲੈ ਕੇ ਆਈਏ। ਫਿਰ ਉਹ ਜਿਸ ਤਰੀਕੇ ਦੇ ਨਾਲ ਸਥਾਨਕ ਉਹਨਾਂ ਨੇ ਜਿਹੜੇ ਪ੍ਰੀਕਾਸ਼ਨਸ ਅਪਣਾਏ ਨੇ ਤੇ ਉਹਨਾਂ ਦੇ ਤਹਿਤ ਉਹ ਆਪਣੇ ਸਿਟੀਜ਼ਨਾਂ ਨੂੰ ਵਾਪਸ ਵੀ ਲੈ ਕੇ ਆ ਰਹੇ ਨੇ ਤੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਉਹ ਇਕੱਲੇ ਕੁਆਰੰਟਾਈਨ ਜਿੱਦਾਂ ਕਹਿੰਦੇ ਆ ਉਹਦੇ ਵਿੱਚ ਵੀ ਉਹਨਾਂ ਨੂੰ ਰੱਖਦੇ ਨੇ ਤੇ ਬਾਕੀ ਸਾਰੇ ਉਹਨਾਂ ਦੀਆਂ ਜਿਹੜੀਆਂ ਟੈਸਟਿੰਗ ਵਗੈਰਾ ਉਹ ਹੁੰਦੀ ਆ ਤੇ ਉਹਦੇ ਬਾਅਦ ਦੇ ਵਿੱਚ ਉਹ ਸਾਰਾ ਕੁਝ ਫੋਲੋ ਕਰਕੇ ਉਹਨਾਂ ਨੂੰ ਘਰੋਂ ਘਰੀ ਪਹੁੰਚਾ ਰਹੇ ਨੇ। ਤੇ ਦੂਜੇ ਪਾਸੇ ਸਾਡਾ ਉਹ ਮਹਾਨ ਕੰਟਰੀ ਹੈ ਇੰਡੀਆ, ਜਿਹਨੂੰ ਕਹਿੰਦੇ ਆ ਕਿ ਬਹੁਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਤਾਂ ਉਹ ਡੈਮੋਕ੍ਰੇਸੀ ਦੇ ਵਿੱਚ ਉਹ ਕਦੇ ਜਿਹੜਾ ਉਹ ਹੈ ਆਪਣਾ ਮੁਸਲਮਾਨਾਂ ਨੂੰ ਜਮਾਤੀ ਜਿਹੜੀ ਜਮਾਨ ਉਹਨੂੰ ਟਾਰਗੇਟ ਕਰਦੇ ਆ ਕਿ ਲੋ ਜੀ ਇਹਨਾਂ ਨੇ ਫੈਲਾ ਦਿੱਤਾ ਜੀ, ਠੀਕ ਹੈ ਜੀ, ਕਦੇ ਉਹ ਸਿੱਖਾਂ ਨੂੰ। ਬਿਲਕੁਲ। ਤੇ ਪੰਜਾਬ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਉੱਥੋਂ ਸ਼ੁਰੂ ਕਰ ਲੈਂਦੇ ਆਪਾਂ ਕਿ ਸਭ ਤੋਂ ਪਹਿਲਾਂ ਜਿਹੜਾ ਪਠਲਾਵਾਂ ਵਾਲਾ ਸੀਗਾ ਬਾਬਾ ਬਲਦੇਵ ਸਿੰਘ, ਤਾਂ ਉਹਦੇ ਨਾਂ ਦੇ ਉੱਤੇ ਮੀਡੀਆ ਨੇ ਪੂਰੀ ਰੱਟ ਲਾ ਕੇ ਜਿਹੜਾ ਉਹ ਪੂਰੇ NRIs ਨੂੰ ਮੈਂ ਕਹਾਂਗਾ ਸਾਰਿਆਂ ਨੂੰ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਹਰੋਂ ਆ ਕੇ ਜਿਹੜੇ NRIs ਆ ਉਹ ਫੈਲਾਏ ਆ ਤੇ ਉਹ ਵੀ ਬਾਹਰ ਯੂਰਪ 'ਚੋਂ ਘੁੰਮ ਕੇ ਗਿਆ ਤੇ ਫਿਰ ਉਹ ਜਾ ਕੇ ਉੱਥੇ ਅਨੰਦਪੁਰ ਸਾਹਿਬ ਆ ਕਰਦਾ ਰਿਹਾ, ਜਦ ਕਿ ਉੱਥੇ ਵੀ ਜਿਹੜੀ ਆ ਉਹ ਗੱਲਾਂ ਆਪਣੇ ਸਾਰਿਆਂ ਦੇ ਸਾਹਮਣੇ ਆ ਗਈਆਂ। ਜਿਹੜਾ ਫੇਲੀਅਰ ਆ ਉਹ ਸਿਸਟਮ ਦਾ ਕਿ ਪਹਿਲਾਂ ਸਿਸਟਮ ਨੂੰ ਚੈੱਕ ਕਰਦਾ, ਫਿਰ ਉਹ ਵਿਚਾਰਾ ਥਾਂ ਤੇ ਠੋਕਰਾਂ ਖਾਂਦਾ ਫਿਰਦਾ ਰਿਹਾ ਕਿ ਮੈਨੂੰ ਟੈਸਟ ਕਰੋ, ਤੇ ਇੱਕ ਅੱਧੀ ਵਾਰੀ ਉਹਦਾ ਕਿਸੇ ਨੇ ਉਹ ਨਹੀਂ ਕੀਤਾ ਤੇ ਉਹਨੂੰ ਖੁਦ ਨੂੰ ਪਤਾ ਵੀ ਨਹੀਂ ਸੀਗਾ ਤੇ ਉਹ ਸਾਰਾ ਕੁਝ ਅਣਜਾਣ ਪਾਉਣਾ ਚਾਹੇ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ, ਠੀਕ ਹੈ। ਪਰ ਮੀਡੀਆ ਨੇ ਉਸ ਮਸਲੇ ਦੇ ਵਿੱਚ ਵੀ ਜਿਹੜੀ ਕੋਈ ਕਸਰ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਨਹੀਂ ਛੱਡੀ, ਠੀਕ ਹੈ ਜੀ। ਜਦ ਕਿ ਮਸਲਾ ਇਹ ਹੈ ਵੀ ਜੇ ਕਿਸੇ ਨੂੰ ਹੋ ਵੀ ਗਿਆ ਤਾਂ ਉਹ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੈਂ ਕਿਸੇ ਬਿਮਾਰੀ ਦੀ ਗ੍ਰਿਫਤ ਦੇ ਵਿੱਚ ਆ ਜਾਵਾਂ, ਤੇ ਕੋਈ ਬੰਦਾ ਨਹੀਂ ਚਾਹੂਗਾ ਕਿ ਮੈਂ ਆਪਣੇ ਪਰਿਵਾਰ ਨੂੰ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਫੈਲਾ ਦੂੰਗਾ। ਪਰ ਉਹ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਰੱਖ ਕੇ ਉਹਨੂੰ ਯਾਨੀ ਦੋਸ਼ੀ ਸਾਬਤ ਕਰ ਦਿੱਤਾ ਗਿਆ ਸੀ। ਸੋ ਉਹ ਇੱਥੇ ਨਹੀਂ ਟਿਕੀ ਗੱਲ। ਉਸ ਤੋਂ ਬਾਅਦ ਫਿਰ ਉਹ ਹਟਿਆ, ਫਿਰ ਜਮਾਤੀਆਂ ਦਾ ਆ ਗਿਆ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਭੰਡਿਆ, ਬਦਨਾਮ ਕੀਤਾ। ਤਾਂ ਉਹ ਤੋਂ ਬਾਅਦ ਦੇ ਵਿੱਚ ਫਿਰ ਆਪਣੇ ਜਿਹੜੇ ਸਨ ਸਾਡੇ ਰਾਗੀ ਸਰਦਾਰ ਨਿਰਮਲ ਸਿੰਘ ਹੋਣੀ, ਠੀਕ ਹੈ ਜੀ, ਫਿਰ ਉਹਨਾਂ ਦਾ ਹੋਇਆ, ਉਹਨੇ ਬੜਾ ਭੈਭੀਤ ਕੀਤਾ ਪੰਜਾਬ ਸਾਰਾ। ਤਾਂ ਉਹ ਸਾਰਾ ਜਿਹੜਾ ਐਪੀਸੋਡ ਆ ਉਹ ਵੀ ਆਪਣੇ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਹੋ ਗਿਆ। ਉਹ ਸਾਰੀਆਂ ਜਿਹੜੀਆਂ ਕਿ ਉੱਥੇ ਵੀ ਜਿਹੜੀ ਸਿਸਟਮ ਦਾ ਫੇਲੀਅਰ ਸਾਡੇ ਸਾਰਿਆਂ ਦੇ ਸਾਹਮਣੇ ਆਉਂਦਾ ਤੇ ਉਸ ਤੋਂ ਵੀ ਦੁਖਦਾਇਕ ਹੈ ਕਿ ਉਹਨਾਂ ਦੀਆਂ ਜਿਹੜੀਆਂ ਅੰਤਮ ਰਸਮਾਂ ਨੂੰ ਲੈ ਕੇ ਜੋ ਵੀ ਉੱਥੇ ਇੱਕ ਡਰਾਮੈਟਿਕਲੀ ਜਿਹੜਾ ਘਟਨਾਕ੍ਰਮ ਹੋਇਆ। ਤਾਂ ਉਹ ਤੋਂ ਬਾਅਦ ਉੱਥੇ ਦਾ ਇੱਕ ਜਿਹੜਾ ਉੱਚ ਪੁਲਿਸ ਅਧਿਕਾਰੀ ਆ ਉਹ ਹੋ ਜਾਂਦਾ ਗ੍ਰਿਫਤ, ਕਿਉਂਕਿ ਇਹ ਤਾਂ ਦੇਖਦੇ ਨਹੀਂ ਕਿ ਬਿਮਾਰੀ ਨੇ ਥੋੜ੍ਹਾ ਦੇਖਣਾ ਕਿ ਪੁਲਿਸ ਵਾਲਾ ਹੈ ਜਾਂ ਰਾਗੀ ਹੈ ਜਾਂ ਇਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਠੀਕ ਹੈ ਜੀ। ਚਲੋ ਉਹ ਆ ਗਿਆ। ਹੁਣ ਉੱਥੇ ਜਿਹੜਾ ਸਿਸਟਮ ਹੈ ਉੱਥੇ ਉਹ ਵੱਖਰੇ ਤਰੀਕੇ ਦੇ ਨਾਲ ਟਰੀਟ ਕਰਦਾ ਤੇ ਨਿਰਮਲ ਸਿੰਘ ਵਾਲੇ ਮਸਲੇ ਦੇ ਵਿੱਚ ਵੱਖਰੇ ਤਰੀਕੇ ਨਾਲ ਕਰਦਾ। ਹਾਲਾਂਕਿ ਕਹਿੰਦੇ ਨੇ ਕਿ ਉਹਨੂੰ ਜਿਹੜਾ ਇੰਡੀਅਨ ਸਟੇਟ ਦਾ ਜਿਹੜਾ ਅਵਾਰਡ ਹੈ ਉਹਨੂੰ ਪਦਮ ਸ਼੍ਰੀ ਉਹ ਵੀ ਮਿਲਿਆ ਹੋਇਆ ਸੀ,
ਤੇ ਉਹਦੇ ਲਈ ਕੋਈ ਪ੍ਰੋਟੋਕੋਲ ਬਣਦਾ ਸੀ, ਉੱਥੇ ਸਾਰਾ ਕੁਝ ਨਜ਼ਰਅੰਦਾਜ਼ ਹੋ ਜਾਂਦਾ। ਪਰ ਜਦੋਂ ਕੋਈ ਪੁਲਿਸ ਅਧਿਕਾਰੀ ਹੁੰਦਾ ਤਾਂ ਉੱਥੇ ਫਿਰ ਸਾਰਾ ਕੁਝ ਜਿਹੜਾ ਉਹ ਇੰਪਲੀਮੈਂਟ ਹੋ ਜਾਂਦਾ, ਸਿਸਟਮ ਜਿਹੜਾ ਫਿਰ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ। ਠੀਕ ਹੈ ਜੀ, ਇਹ ਸਾਰੀਆਂ ਗੱਲਾਂ ਜਾਣੀ ਫਿਰ ਜਿਹੜੇ ਸਾਡਾ ਸਵਾਲ ਫਿਰ ਉੱਥੇ ਆਉਂਦਾ ਵੀ ਜਿਹੜੇ ਉਹ ਰਾਸ਼ਟਰਵਾਦੀ ਜਿਹੜੇ ਕਹਿੰਦੇ ਨੇ ਕਿ ਜਦੋਂ ਕੋਈ ਆਪਣੇ ਰਾਈਟ ਦੀ ਸਿੱਖ ਗੱਲ ਕਰਦਾ ਫਿਰ ਉਹ ਕਹਿੰਦੇ ਨੇ ਇਹ ਕੱਟੜ ਨੇ, ਯਾਨੀ ਆਪਣੇ ਰਾਈਟ ਦੀ, ਆਪਣੇ ਹੱਕਾਂ ਦੀ ਗੱਲ ਕਰਨੀ, ਆਪਣੇ ਲੋਕਾਂ ਦੀ ਗੱਲ ਕਰਨੀ ਭਾਰਤੀ ਰਾਸ਼ਟਰਵਾਦ ਲਈ ਕੱਟੜਪੁਣਾ। ਫਿਰ ਉਹ ਵੱਖੋ ਵੱਖਰੇ ਜਿਹੜੇ ਲੇਬਲ ਸਾਡੇ ਤੇ ਲਾ ਕੇ ਤੇ ਸਾਨੂੰ ਉਹ ਇੱਕ ਕਿਸਮ ਦਾ ਜਿਹੜਾ ਬਹੁ ਗਿਣਤੀ ਤੋਂ ਸਾਨੂੰ ਤੋੜ ਕੇ ਸਾਨੂੰ ਇੱਕ ਕੱਟੜਵਾਦੀ ਫਿਰਕੇ ਦੇ ਜਾਂ ਫਿਰਕੂ ਸੋਚ ਵਾਲੇ ਸਾਨੂੰ ਸਿੱਧ ਕਰਨ ਦੇ ਉੱਤੇ ਜਿਹੜਾ ਉਹ ਉਤਾਰੂ ਹੋ ਜਾਂਦਾ, ਜਦ ਕਿ ਅਜਿਹਾ ਨਹੀਂ ਹੈ। ਆਪਣੇ ਹੱਕਾਂ ਦੀ ਜਿਹੜੀ ਗੱਲ ਕਰਨੀ ਉਸ ਹਰੇਕ ਦਾ ਜਿਹੜਾ ਮੌਲਿਕ ਅਧਿਕਾਰ ਹੈ। ਫਿਰ ਉਸ ਤੋਂ ਬਾਅਦ ਹੀ ਆ ਗਿਆ ਆਪਣਾ ਨਿਹੰਗ ਸਿੰਘਾਂ ਵਾਲਾ ਕਾਂਡ, ਤੇ ਉਹਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਸਕਦਾ। ਹੁਣ ਉੱਥੇ ਦੂਜੇ ਪਾਸੇ ਵੀ ਸਿੱਖ ਹੈ ਜਿਹੜਾ ਪੁਲਿਸ ਵਾਲੇ ਆ, ਤੇ ਉਹ ਵੀ ਉਹ ਹੈ, ਤੇ ਉਹਨਾਂ ਦੇ ਵਿੱਚ ਜੋ ਝੜਪ ਹੋਈ ਆ, ਜਿਹੜਾ ਪੁਲਿਸ ਦਾ ਬਿਹੇਵੀਅਰ ਉਹ ਸਾਰੀ ਦੁਨੀਆ ਜਾਣਦੀ ਆ। ਚਲੋ ਜੋ ਵੀ ਘਟਨਾਕ੍ਰਮ ਹੋਇਆ ਉਹਨੂੰ ਜੇ ਸੱਚਮੁੱਚ ਉਸੇ ਤਰੀਕੇ ਨਾਲ ਬਿਆਨ ਦਿਓ, ਕੋਈ ਗੱਲ ਨਹੀਂ, ਪਰ ਉਹਦੇ ਵਿੱਚ ਵੀ ਜਿਹੜਾ ਬਦਨਾਮੀ ਕਿਤੇ ਨਾ ਕਿਤੇ ਸਿੱਖਾਂ ਦੀ ਫਿਰ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ। ਔਰ ਜਿਹੜੀ ਚੁੱਪੀ ਸਾਧ ਲਈ ਵੀ ਜਦੋਂ ਉਹਨਾਂ ਦੀਆਂ ਜਿਹੜੀਆਂ ਘਰ ਦੀਆਂ ਔਰਤਾਂ ਆ ਵੀ ਉਹ ਚੱਕੀਆਂ ਗਈਆਂ, ਹਾਂਜੀ, ਉਦੋਂ ਮੀਡੀਆ ਦੀ ਜਿਹੜੀ ਚੁੱਪੀ ਆ ਤੇ ਹੋਰ ਸਾਰਾ ਕੁਝ ਜਿਹੜਾ ਸਿਸਟਮ ਚੁੱਪ ਕਰਕੇ ਬੈਠਾ ਦੇਖ ਰਿਹਾ ਜੀ, ਤੇ ਉਹ ਵੀ ਜਿਹੜਾ ਆ ਵੀ ਉਹ ਇੱਥੇ ਸਾਰਿਆਂ ਦੇ ਵਿਚਾਰਨੇ ਵਾਲੀ। ਹਾਂਜੀ ਬਿਲਕੁਲ। ਹੁਣ ਪਹਿਲਾਂ ਕਹਿੰਦੇ ਸੀ ਵੀ ਉਹ 4 ਬੰਦੇ ਆ, 4 ਜਾਣੇ ਦੋਸ਼ੀ ਆ, ਠੀਕ ਹੈ ਜੀ, ਉਹ ਚਲੇ ਗਏ, ਚਲੋ ਉੱਥੇ ਡੇਰੇ 'ਚ ਚਲੇ ਗਏ, ਉੱਥੇ ਤੇ ਫੜ ਲਏ, ਠੀਕ ਹੈ ਜੀ, ਉਹਦੇ ਨਾਲ ਉਹਨਾਂ ਨੇ ਫੜ ਲਿਆ ਇੱਕ ਬੰਦੇ ਨੇ। ਚਲੋ ਜੇ ਉੱਥੇ ਤੱਕ ਵੀ ਮੰਨ ਲਓ ਜਿਹੜਾ ਡੇਰੇ ਵਾਲਾ ਬੰਦਾ ਸੀ ਉਹਨਾਂ ਨੇ ਉਹਨੂੰ ਜਾ ਕੇ ਕਿਹਾ ਵੀ ਤੂੰ ਇਹਨਾਂ ਨੂੰ ਫੜਾ ਦੇ, ਉਹਨੇ ਨਾ ਨੁੱਕਰ ਕਰਤੀ, ਚਲੋ 5ਵਾਂ ਉਹਨੂੰ ਇਨਵੋਲਵ ਕਰ ਲਓ। ਤੇ ਉਹਦੇ ਇਲਾਵਾ 11 ਬੰਦੇ ਇਹਨਾਂ ਨੇ ਉੱਥੇ ਜਾ ਕੇ ਅਰੈਸਟ ਕੀਤੇ, ਜਿਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਹੈ, ਤੇ ਉਹ ਔਰਤਾਂ ਦੀ ਬਾਅਦ ਉਹਦੇ ਚੋਂ 4 ਜਾਣੇ ਬਾਅਦ ਦੇ ਵਿੱਚ ਛੱਡ ਦਿੱਤੇ, ਤੇ 7 ਜਾਣੇ ਫਿਰ ਹਾਲੇ ਵੀ ਚਾਰਜ ਕਰਕੇ ਉਹ ਅੰਦਰ ਹੈ। ਤੇ ਹੁਣ ਉਹਨੂੰ ਤਾਂ ਜਿਹੜਾ ਉਹਨੂੰ ਅਸੀਂ ਜਾਇਜ਼ ਨਹੀਂ ਠਹਿਰਾ ਰਹੇ, ਉਹਨੂੰ ਤਾਂ ਜਿਹੜੀ ਦੂਰੀ ਸਜ਼ਾ ਮਿਲ ਰਹੀ ਆ, ਇੱਕ ਤਾਂ ਮੇਰੇ ਖਿਆਲ 'ਚ ਉਹਦੀਆਂ ਬਾਹਾਂ ਬੂਹਾਂ ਜਿਵੇਂ ਨਜ਼ਰ ਆਉਂਦੀ ਉਦਾਂ ਹੀ ਤੋੜੀਆਂ ਪਈਆਂ, ਤੇ ਦੂਜੀ ਹਾਲੇ ਜਿਹੜਾ ਕੇਸ ਹੈ ਉਹਦਾ ਨਿਪਟਾਰਾ ਹੋਣਾ, ਜਿਹੜੀ ਉਹ ਸਜ਼ਾ ਹੋਣੀ ਉਹ ਹਾਲੇ ਉੱਥੇ ਦੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੈ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਧਿਆਨ ਉਹ ਸਾਰਿਆਂ ਦਾ ਖਿੱਚਦੀ ਹੈ ਕਿ ਕਿਸ ਤਰੀਕੇ ਨਾਲ ਉੱਥੇ ਦਾ ਸਿਸਟਮ ਜਿਹੜਾ ਕੰਮ ਕਰਦਾ। ਤੇ ਉਸ ਤੋਂ ਬਾਅਦ ਜੇ ਆਪਾਂ ਹੁਣ ਫਟਾਫਟ ਸਾਰੇ ਉਹਨਾਂ ਦਾ ਦੇਖ ਲਈਏ, ਇਹ ਸਾਰੇ ਵਰਤਾਰੇ ਨੇ, ਜਾਣੀ ਪੂਰੀ ਜਾਣੀ ਇਸ ਤਰੀਕੇ ਨਾਲ ਮੀਡੀਆ ਜਾਣੀ ਪੇਸ਼ ਕਰਦਾ ਕਿ ਸਾਰਾ ਜਿਹੜਾ ਮਸਲਾ ਉਹਦੇ ਵਿੱਚ ਕਸੂਰਵਾਰ ਇੱਕ ਵਿਸ਼ੇਸ਼ ਕੌਮ ਜਾਂ ਵਿਸ਼ੇਸ਼ ਇੱਕ ਜਿਹੜੀ ਆ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਨੇ। ਤਾਂ ਉਹਦੇ ਬਾਅਦ ਹੁਣ ਜੇ ਸਮਾਂ ਚੱਲਦਾ ਫਿਰ ਗੱਲ ਚੱਲ ਗਈ ਵੀ ਲੋਕਡਾਊਨ ਉੱਥੇ ਸਾਰਿਆਂ ਨੂੰ ਪਤਾ ਵੀ ਅਚਨਚੇਤ ਹੋ ਗਿਆ, ਉਸ ਦੇ ਨਾਲ ਬਹੁਤ ਸਾਰੇ ਜਿਹੜੇ ਮਜ਼ਦੂਰ ਜਾਂ ਕੋਈ ਵੀ ਕਿਤੇ ਘੁੰਮਣ ਗਿਆ ਹੋਇਆ, ਕੋਈ ਟੂਰਿਸਟ ਵਿਜ਼ਟਰ ਜਿੱਥੇ ਜਿੱਥੇ ਸੀ ਉੱਥੇ ਫਸ ਗਏ। ਤੇ ਹੁਣ ਜਦੋਂ ਜਿਉਂ ਸਮਾਂ ਲੰਬਾ ਹੁੰਦਾ ਜਾਂਦਾ ਤਾਂ ਆਪਣੇ ਪਰਿਵਾਰਾਂ ਨਾਲੋਂ ਦੂਰ ਬੈਠੇ ਆ, ਅਗਲੇ ਦੇ ਕੋਲ ਜਿੰਨਾ ਕੋਈ ਮੈਨੇਜ ਕਰਕੇ ਆਪਣਾ ਪੈਸਾ ਟੁੱਕਰ ਲੈ ਕੇ ਜਾਂਦਾ ਉਹ ਵੀ ਮੁੱਕ ਜਾਂਦਾ। ਤਾਂ ਅਖੀਰ ਨੂੰ ਹੁਣ 30-40 ਦਿਨ ਬਾਅਦ ਜਦੋਂ ਹੁਣ ਹਜ਼ੂਰ ਸਾਹਿਬ ਦੇ ਵਿੱਚੋਂ ਵੀ ਜਿਹੜਾ ਅਸੀਂ ਕਿਉਂਕਿ ਗੱਲ ਆਪਣੇ ਨਾਲ ਸੰਬੰਧਿਤ ਉਹਨਾਂ ਦੀ ਕਰ ਰਹੇ ਹਾਂ ਕਿ ਉਹਨਾਂ ਦੀ ਮੁੜਨ ਦੀ ਚੱਲੀ, ਤਾਂ ਉਹਦੇ ਵਿੱਚ ਪਹਿਲਾਂ ਤਾਂ ਕ੍ਰੈਡਿਟ ਵਾਰ ਚੱਲ ਪਈ ਬਾਦਲਾਂ ਦੇ ਵਿੱਚ ਤੇ ਕੈਪਟਨ ਦੇ ਵਿੱਚ ਕਿ ਕੌਣ ਲੈ ਕੇ ਆ ਰਿਹਾ। ਉਹ ਕਹਿੰਦੀ ਮੈਂ ਮਨਜ਼ੂਰੀ ਦਵਾਈ ਆ, ਚਲੋ ਜੋ ਵੀ ਹੋਇਆ। ਫਿਰ ਇਹਨਾਂ ਨੇ ਸਰਕਾਰ ਨੇ ਬੱਸਾਂ ਭੇਜਤੀਆਂ ਤੇ ਉਹ ਵਾਪਸ ਆ ਗਏ। ਵਾਪਸ ਆਉਣ ਦੇ ਬਾਅਦ ਫਿਰ ਜਿਹੜੀਆਂ ਖਬਰਾਂ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬ ਦੇ ਵਿੱਚ ਫਿਰ ਜਿਹੜਾ ਕਰੋਨਾ ਦਾ ਬੰਬ ਗਿਰ ਗਿਆ, ਵੀ ਉਹ ਹਜ਼ੂਰ ਸਾਹਿਬ ਦੇ ਜਿਹੜੇ ਸ਼ਰਧਾਲੂ ਤੇ ਉਹਨਾਂ ਨੇ ਆ ਕੇ ਜਿਹੜਾ ਉਹ ਫੈਲਾ ਦਿੱਤਾ। ਠੀਕ ਹੈ ਜੀ। ਹੁਣ ਮਸਲਾ ਇਹ ਨਹੀਂ ਹੈਗਾ ਵੀ ਉਹ ਸ਼ਰਧਾਲੂ ਤੇ ਉਹਨਾਂ ਨੂੰ ਵਿਜ਼ਟਰ ਜਾਂ ਟੂਰਿਸਟ ਕੁਝ ਵੀ ਹੋਰ ਵੀ ਕਿਹਾ ਜਾ ਸਕਦਾ। ਫਿਰ ਉਹਦੇ ਨਾਲ ਜਦੋਂ ਸਿੱਖੀ ਨੂੰ ਜੋੜ ਕੇ ਦੇਖਿਆ ਜਾਂਦਾ, ਹੁਣ ਉੱਥੇ ਵੀ ਹੁਣ ਜਿਹੜੀਆਂ ਖਬਰਾਂ ਉੱਥੋਂ ਆਈਆਂ ਉਹ ਕਹਿੰਦੇ 3-3 ਵਾਰ ਉਹਦੇ ਟੈਸਟ ਹੋਏ, ਉਹਦੇ ਨੈਗੇਟਿਵ ਸੀ, ਤੇ ਪੰਜਾਬ ਆਉਂਦੇ ਉਹ ਪੋਜ਼ਿਟਿਵ ਹੋ ਗਏ। ਹੁਣ ਜਾਂ ਤਾਂ ਕਿਤੇ ਰਸਤੇ ਦੇ ਵਿੱਚ ਉਹਨਾਂ ਨੂੰ ਉਹ ਬਿਮਾਰੀ ਜਿਹੜੀ ਆ ਉਹ ਲੱਗੀ ਹੈ, ਜਾਂ ਇਹਨਾਂ ਦੀ ਕਿਤੇ ਨਾ ਕਿਤੇ ਟੈਸਟਿੰਗ ਦੇ ਵਿੱਚ ਫੇਲੀਅਰ ਸਿਸਟਮ ਦੀ ਹੈ। ਠੀਕ ਹੈ। ਹੁਣ ਉਹ ਬੰਦਿਆਂ ਨੂੰ ਵਾਪਸ ਲੈ ਕੇ ਆਉਣਾ, ਦੂਜੇ ਕੰਟਰੀ ਆਪਣੇ ਸਿਟੀਜ਼ਨਾਂ ਨੂੰ ਦੂਜੇ ਕੰਟਰੀਜ਼ ਤੋਂ ਲੈ ਕੇ ਆ ਰਹੇ ਆ, ਉਹ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਸੁਰੱਖਿਅਤ ਲੈ ਕੇ ਆਉਣਾ ਸਰਕਾਰ ਦੀ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਨਾ ਕਿ ਉਹਨਾਂ ਨੂੰ ਬਦਨਾਮ ਕਰਨਾ ਇਸ ਤਰੀਕੇ ਨਾਲ। ਉੱਥੇ ਵੀ ਜਿਹੜਾ ਫੇਲੀਅਰ ਆ ਉਹ ਸਿਸਟਮ ਦਾ, ਨਾ ਕਿ ਉਹਨਾਂ ਦਾ ਕਸੂਰ ਹੈ। ਠੀਕ ਹੈ ਜੀ। ਹੁਣ ਇਹ ਤਾਂ ਹੋ ਗਿਆ ਸਾਡੇ ਨਾਲ। ਤੇ ਹੁਣ ਜਦੋਂ ਦੂਜੇ ਪਾਸੇ ਆਪਾਂ ਦੇਖ ਲਈਏ, ਤੇ ਦੂਜੇ ਪਾਸੇ ਜਿਹੜਾ ਖਬਰਾਂ ਸਾਡਾ ਧਿਆਨ ਮੰਗਦੀਆਂ ਕਿ ਰਾਜਪੁਰੇ ਦੇ ਵਿੱਚ ਇੱਕ ਕਾਂਡ ਹੋਇਆ, ਉੱਥੇ ਜਿੰਨੇ ਸ਼ਿਵ ਸੈਨਿਕ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਉਹ ਸ਼ਿਵ ਸੈਨਿਕ ਸੀ, ਉਹ ਹੁੱਕਾ ਪਾਰਟੀਆਂ ਕਰਦੇ ਸੀ, ਤੇ ਰਾਜਪੁਰੇ ਦੇ ਏਰੀਏ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਹ ਵਿਆਪਕ ਫੈਲਿਆ। ਕਿਸੇ ਨੇ ਉਹਨਾਂ ਨੂੰ ਹਾਈਲਾਈਟ ਨਹੀਂ ਕਰਿਆ, ਕਿਸੇ ਮੀਡੀਆ ਨੇ ਨਹੀਂ ਕਿਹਾ ਕਿ ਹਿੰਦੂ ਸ਼ਿਵ ਸੈਨਿਕਾਂ ਨੇ ਫੈਲਾਇਆ। ਠੀਕ ਹੈ ਜੀ। ਇਹ ਬਦਨਾਮੀ ਕਿਤੇ ਨਾ ਹੋ ਜਾਵੇ, ਹਾਂ ਵੀ ਉਹਨਾਂ ਦੀ ਬਦਨਾਮੀ ਨਾ ਹੋ ਜਾਵੇ। ਇਹ ਜਿਹੜਾ ਡਿਫਰੈਂਸ ਅਸੀਂ ਆਪਣੇ ਸਰੋਤਿਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਉਹਨਾਂ ਦਾ, ਜਿਹੜੇ ਹਲੇ ਵੀ ਭਾਰਤੀ ਰਾਸ਼ਟਰਵਾਦੀ ਦੀ ਜਿਹੜੇ ਦੇਸ਼ ਭਗਤ ਕਹਾਉਂਦੇ ਆਪਣੇ ਆਪ ਨੂੰ। ਠੀਕ ਹੈ ਜੀ। ਕਿ ਉਹਨਾਂ ਨੂੰ ਕਿਸੇ ਨੇ ਹਾਈਲਾਈਟ ਨਹੀਂ ਕਰਿਆ। ਉਸ ਤੋਂ ਬਾਅਦ ਜਿਹੜਾ ਪੰਜਾਬ ਕੇਸਰੀ ਸਮੂਹ ਅਖਬਾਰ ਹੈ ਜਲੰਧਰ ਤੋਂ ਛਪਦੇ ਆ, ਉਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਹੋਇਆ, ਉਹਨਾਂ ਨੂੰ ਹਾਲਾਂਕਿ ਇਹਨਾਂ ਨੇ ਲੁਕੋਇਆ। ਜਲੰਧਰ ਦੇ ਵਿੱਚ ਇਹ ਤਾਂ ਹੁੰਦਾ ਰਿਹਾ ਵੀ ਗਿਣਤੀ ਹੋ ਗਈ, ਕਿਤੇ ਵੀ ਉਹਨਾਂ ਦਾ ਨਾਂ ਨਸ਼ਰ ਜਿਹੜਾ ਸਰਕਾਰੀ ਤੌਰ ਤੇ ਉੱਥੇ ਨਹੀਂ ਕਰਿਆ। ਠੀਕ ਹੈ। ਇਹ ਦੂਜੀ ਐਗਜ਼ਾਮਪਲ। ਤੇ ਤੀਜੀ ਐਗਜ਼ਾਮਪਲ ਆ ਹੁਣ ਕੱਲ ਹਰਜਿੰਦਰ ਸਿੰਘ ਸਭਰਾ ਉਹਨਾਂ ਨੇ ਵੀ ਪਾਇਆ ਆ, ਕਿਸੇ ਅਖਬਾਰ ਦੇ ਵਿੱਚ ਇੱਥੇ ਘੁੰਮਦੀ ਫਿਰਦੀ ਆ, ਤੇ ਉਹ ਪਾ ਰਿਹਾ 2 ਘਟਨਾਵਾਂ ਕੱਲ ਦੀਆਂ, ਤਾਂ ਜਿਨ੍ਹਾਂ ਦੇ ਵਿੱਚ ਚੈਨਲ ਪੰਜਾਬੀ ਨਿਊਜ਼ ਹੈ,
ਇੱਕ ਤਾਂ ਹੋਈ ਹੈ ਤਰਨਤਾਰਨ ਦੇ ਵਿੱਚ, ਠੀਕ ਹੈ ਜੀ। ਉਹ ਤਰਨਤਾਰਨ ਨੂੰ ਲਿਖਦਾ, ਕਹਿੰਦਾ ਵੀ ਹੁਣ ਪਟਿਆਲੇ ਤੋਂ ਬਾਅਦ ਤਰਨਤਾਰਨ ਦੇ ਵਿੱਚ ਸਿੱਖਾਂ ਤੇ ਪੁਲਿਸ ਦੇ ਵਿੱਚ ਝੜਪ, ਪੁਲਿਸ ਦੇ ਸਿੰਘ ਫਸੇ, ਠੀਕ ਹੈ ਜੀ। ਤੇ ਦੂਜੀ ਹੋਈ ਹੈ ਜਲੰਧਰ, ਤੇ ਜਲੰਧਰ ਵਾਲਾ ਜਿਹੜਾ ਉਹ ਨੌਜਵਾਨ ਉਹ ਹਿੰਦੂ ਜੈਂਟਲਮੈਨ ਹੈ, ਤੇ ਗਾਹਾਂ ਪੁਲਿਸ ਵਾਲੇ ਵੀ, ਤੇ ਉਹਦੀ ਉਹ ਨਾਕੇ ਦੇ ਉੱਤੇ ਉਸ ਤਰੀਕੇ ਨਾਲ ਉਹਨੂੰ ਰੋਕਦੇ ਆ, ਉਹਨੇ ਗੱਡੀ ਨਹੀਂ ਰੋਕੀ ਤਾਂ ਉਹ ਇੱਕ ASI ਬੋਨਟ ਦੇ ਉੱਤੇ ਆ ਗਿਆ, ਤਾਂ ਉਹਨੂੰ ਕਿੰਨੀ ਦੇਰ ਦੂਰ ਤੱਕ ਉਹ ਬੋਨਟ ਦੇ ਉੱਤੇ ਘੜੀਸਦਾ ਚਲੇ ਗਿਆ, ਠੀਕ ਹੈ। ਉੱਥੇ ਉਹਨੂੰ ਨੌਜਵਾਨ ਲਿਖਦਾ ਵੀ ਨੌਜਵਾਨ ਦੀ ਘਟੀਆ ਕਰਤੂਤ, ਤੇ ਦੂਜੇ ਪਾਸੇ ਉਹ ਸਿੱਖ ਕਹਿ ਕੇ ਬਦਨਾਮ ਕਰ ਰਹੇ ਆ। ਮਤਲਬ ਇਹ ਵੀ ਨਹੀਂ ਕਿਹਾ ਵੀ ਉਹ ਨੌਜਵਾਨ ਤੇ ਪੁਲਿਸ ਦੇ ਵਿੱਚ, ਹਾਂਜੀ ਉੱਥੇ ਪੁਲਿਸ ਨਹੀਂ ਆ ਰਹੀ ਕਦੇ, ਹਾਂ ਉੱਥੇ ਪੁਲਿਸ ਨਹੀਂ ਆ ਰਹੀ, ਉੱਥੇ ਆ ਵੀ ਨੌਜਵਾਨ ਦੀ ਆਂਦੀ ਕਰਤੂਤ, ਤੇ ਇਹ ਇਸ ਤਰੀਕੇ ਦੇ ਨਾਲ। ਸੋ ਇਹ ਉੱਥੇ ਦਾ ਜਿਹੜਾ ਮੀਡੀਆ ਹੈ ਉਹ ਰੰਗ ਦੇ ਜਿਹੜਾ ਉਹ ਦੇ ਰਿਹਾ, ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਮੁੜ ਮੁੜ ਕੇ ਸਾਨੂੰ ਜਿਹੜੀਆਂ ਇੱਕ ਤਾਂ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ, ਤੇ ਦੂਜੇ ਸਾਡੀ ਕੌਮ ਦੇ ਵਿੱਚ ਜਿੰਨੇ ਕੁ ਵੀ ਅਸੀਂ ਹੈਗੇ ਆ ਬਾਹਰਲੇ ਕੰਟਰੀ ਦੇ ਵਿੱਚ, ਸਾਡੇ ਵਿੱਚ ਜਿਹੜੀ ਪਈ ਹੋਈ ਆਪਸੀ ਪਾਟੋ ਧਾੜ ਹੈ, ਤੇ ਉਹਨੂੰ ਵੀ ਇਹ ਇੱਕ ਤਰੀਕੇ ਦੇ ਨਾਲ ਨਸ਼ਰ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਕੋਈ ਐਜ਼ ਏ ਕੌਮੀ ਤੌਰ ਦੇ ਉੱਤੇ ਦੁਨੀਆ 'ਚ ਅਸੀਂ ਵਸਣ ਵਾਲੇ ਸਿੱਖ ਕੋਈ ਆਪਣਾ ਆਜ਼ਾਦ ਤੇ ਅਥੈਂਟਿਕ ਜਿਹੜਾ ਮੀਡੀਆ ਅਸੀਂ ਹਾਲੇ ਤੱਕ ਆਪਣਾ ਕਾਇਮ ਨਹੀਂ ਕਰ ਸਕੇ, ਜਿਹੜਾ ਸਾਡੀ ਕੌਮ ਦਾ ਸਹੀ ਪੱਖ, ਅਥੈਂਟਿਕ ਜਿਹੜੀਆਂ ਸਾਡੀ ਕੌਮ ਦੇ ਨਾਲ ਸੰਬੰਧਿਤ ਖਬਰਾਂ ਉਹ ਪੂਰੀ ਦੁਨੀਆ ਦੇ ਵਿੱਚ ਜਿੱਥੇ ਤੱਕ ਜਿਹੜੀਆਂ ਉਹ ਨਸ਼ਰ ਹੋ ਸਕਣ, ਜਾਂ ਜਿਹੜਾ ਸਾਡਾ ਸਹੀ ਪੱਖ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਜਾ ਸਕੇ। ਉੱਦਾਂ ਇੰਡੀਵਿਜੂਅਲ ਤੌਰ ਦੇ ਉੱਤੇ ਹੈਗੇ ਨੇ ਬਹੁਤ ਸਾਰੇ ਲੋਕ ਆਪਣੇ ਆਪਣੇ ਚੈਨਲ ਸੋਸ਼ਲ ਮੀਡੀਆ ਦੇ ਨਾਲ ਬਣੇ ਆ, ਪਰ ਮੈਂ ਇੱਕ ਸਾਂਝੇ ਰੂਪ ਦੇ ਵਿੱਚ ਜਿਹੜਾ ਇੱਕ ਯਤਨ ਹੋਣਾ ਚਾਹੀਦਾ ਸੀ, ਜਿਹਨੂੰ ਕਿਉਂਕਿ ਜਿੱਡੇ ਵੱਡੀ ਪੱਧਰ ਤੇ ਵਿਆਪਕ ਪੱਧਰ ਤੇ ਹੋਣਾ ਚਾਹੀਦਾ, ਜਿਹਦੇ ਲਈ ਬਹੁਤ ਸਾਰੇ ਸੋਰਸ ਵੀ ਚਾਹੀਦੇ ਹੁੰਦੇ ਆ, ਜਿਹੜਾ ਕਿ ਸਾਡੀ ਕੌਮ ਲਈ ਕੋਈ ਵੱਡੀ ਗੱਲ ਹੈ ਨਹੀਂ ਗੀ ਅੱਜ ਦੀ ਡੇਟ ਦੇ ਵਿੱਚ। ਸਿਰਫ ਸਾਨੂੰ ਚੈਨਲਾਈਜ਼ ਹੋ ਕੇ ਉਹਨੂੰ ਇੱਕ ਰੂਪ ਦੇਣ ਦੀ ਲੋੜ ਹੈ, ਉਹ ਹਾਲੇ ਤੱਕ ਉਹਦੀ ਘਾਟ ਜਿਹੜੀ ਉਹ ਮਹਿਸੂਸ ਹੁੰਦੀ ਹੈ। ਬਿਲਕੁਲ ਹੀ, ਕਿਉਂਕਿ ਇਹਦੇ ਵਿੱਚ ਇਹ ਗੱਲਾਂ ਹੈਗੀਆਂ ਵੀ ਜਿੱਦਾਂ ਹੁਣ ਵੀ ਜਦੋਂ ਕਿਸੇ ਪੱਛਮ ਦੀ ਜਾਂ ਅਮਰੀਕਾ ਦੀ ਹਾਂਜੀ ਕਿਸੇ ਇਨਸੀਡੈਂਟ ਦੀ ਘਟਨਾ ਦੀ ਜਾਂ ਕਿਸੇ ਹੋਰ ਪੱਖ ਦੀ ਜਿਹੜੀ ਉਹਨਾਂ ਦੀ ਅਮਰੀਕਨ ਜ਼ਿੰਦਗੀ ਆ ਵੀ ਉਸ ਕਿਸੇ ਪੱਖ ਦੀ ਆਥੈਂਟਿਕ ਖਬਰ ਲੈਣੀ ਹੋਵੇ ਤੇ ਅਗਲੇ ਕਹਿੰਦੇ ਵੀ ਇਹ ਨਿਊਯਾਰਕ ਟਾਈਮ ਦੇ ਵਿੱਚ ਛਪੀ ਆ, ਹਾਂਜੀ, ਸੋ ਉੱਥੋਂ ਮਤਲਬ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਕਲੀਅਰ ਹੋ ਜਾਂਦੀਆਂ ਵੀ ਸੱਚੀ ਆ ਗੱਲ, ਤੇ ਉਹਦੇ ਵਿੱਚ ਇਦਾਂ ਲਿਖਿਆ ਹੈ। ਤੇ ਉਹ ਜਦੋਂ ਅਸੀਂ ਆਪਣੇ ਵੱਲ ਨੂੰ ਵੇਖਦੇ ਆ ਤੇ ਉਹ ਘਾਟ ਜਿਹੜੀ ਆ ਵੀ ਉਹ ਸਿੱਧੀ ਆ ਵੀ ਜੇ ਅਸੀਂ ਕਹੀਏ ਵੀ ਫਲਾਨੀ ਅਖਬਾਰ ਦੇ ਵਿੱਚ ਛਪੀ ਆ ਇਸ ਕਰਕੇ ਇਦਾਂ ਹੀ ਹੋਇਆ ਹੋਣਾ, ਉਹ ਸਾਡੇ ਕੋਲ ਕੋਈ ਨਹੀਂ ਹੈਗੀ। ਤੇ ਜੇ ਤੁਸੀਂ ਉਹਦੇ ਮੁਕਾਬਲੇ ਦੇ ਉੱਤੇ ਇਤਿਹਾਸ ਵੇਖੋ, ਭਈ ਟ੍ਰਿਬਿਊਨ ਜਿਹੜੀ ਆ ਉਹ ਸਿੱਖਾਂ ਨੇ ਸ਼ੁਰੂ ਕੀਤੀ, ਜਿਹੜੀ ਹਿੰਦੁਸਤਾਨ ਟਾਈਮ ਆ ਉਹ ਸਿੱਖਾਂ ਨੇ ਸ਼ੁਰੂ ਕੀਤੀ, ਹਾਂਜੀ, ਤੇ ਉਹ ਅਖਬਾਰਾਂ ਜਿਹੜੀਆਂ ਉਹ ਦੇਖ ਲਓ ਵੀ ਉਹ 100 150 ਸਾਲ ਤੋਂ ਚੱਲ ਰਹੀਆਂ, ਪਰ ਸਿੱਖਾਂ ਦਾ ਲੈਣਾ ਦੇਣਾ ਕੋਈ ਨਹੀਂ ਰਿਹਾ ਨਾਲ, ਉਹੀ ਅਖਬਾਰਾਂ ਸਿੱਖਾਂ ਦੇ ਖਿਲਾਫ ਭੁੱਤ ਰਹੀਆਂ ਜੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸੇ ਵੱਲ ਨੂੰ ਪੁਆਇੰਟ ਆਊਟ ਕਰਦੀਆਂ ਵੀ ਸਾਨੂੰ ਕੋਈ ਚੀਜ਼ ਕਹਿ ਲਓ ਵੀ ਪ੍ਰੋਜੈਕਟ ਜਿਹੜਾ ਭਾਵੇਂ TV ਚੈਨਲ ਆ, ਭਾਵੇਂ ਅਖਬਾਰ ਆ, ਭਾਵੇਂ ਰਸਾਲਾ ਆ, ਹਾਂਜੀ, ਉਹ ਇਹੋ ਜਿਹਾ ਚਾਹੀਦਾ ਵੀ ਜਿਹੜਾ ਜਨਰੇਸ਼ਨ ਟੂ ਜਨਰੇਸ਼ਨ ਵੀ ਉਹ ਸਾਰਾ ਜਿਹੜਾ ਸਿਸਟਮ ਆ ਵੀ ਉਹਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਤੇ ਉਹ ਜਗ੍ਹਾ ਨੂੰ ਫਿਰ ਮਹਿਫੂਜ਼ ਵੀ ਰੱਖ ਸਕੇ ਜੀ, ਵੀ ਅਗਲੀਆਂ ਜਨਰੇਸ਼ਨਾਂ ਤੱਕ ਵੀ ਉਹਨੂੰ ਲਿਜਾ ਸਕੀਏ। ਵੀ ਜਿੱਦਾਂ ਹੁਣ ਸਪੋਕਸਮੈਨ ਅਖਬਾਰ ਜਿਹੜੀ ਆ ਵੀ ਉਹ ਜੇ ਕਿਸੇ ਨੂੰ ਇਤਿਹਾਸ ਪਤਾ ਹੋਵੇ ਵੀ ਸਪੋਕਸਮੈਨ ਰਸਾਲਾ ਸੀਗਾ ਵੀ ਜਿਹੜਾ ਹੁਕਮ ਸਿੰਘ ਨੇ ਸ਼ੁਰੂ ਕੀਤਾ ਸੀ, ਜਿਹੜਾ ਵੀ ਕਹਿ ਲਓ ਵੀ ਜਦੋਂ SGPC ਬਣੀ ਆ ਉਦੋਂ ਤੋਂ ਲੈ ਕੇ ਉਹਦਾ ਰੋਲ ਜਿਹੜਾ ਸਿੱਖ ਸਿਆਸਤ ਦੇ ਵਿੱਚ ਵੀ ਰਿਹਾ, ਔਰ ਲੋਕ ਸਭਾ ਦਾ ਸਪੀਕਰ ਵੀ ਬਣਿਆ ਉਹ, ਤੇ ਉਹ ਸਾਰੀਆਂ ਬਥੇਰੀਆਂ ਮਿਨਿਸਟਰੀਆਂ ਵੀ ਦੇਖੀਆਂ, ਉਹਨੇ ਅਖਬਾਰ ਰਸਾਲਾ ਸ਼ੁਰੂ ਕੀਤਾ ਸੀ ਸਪੋਕਸਮੈਨ ਜੀ। ਤੇ ਜਦੋਂ ਤੱਕ ਉਹ ਐਡੀਟਰ ਰਿਹਾ ਆ ਉਸ ਵੇਲੇ ਤੱਕ ਸਪੋਕਸਮੈਨ ਦੇ ਵਿੱਚ ਜਿਹੜੀ ਖਬਰ ਛਪਦੀ ਸੀ, ਜਿਹੜਾ ਤਬਸਰਾ ਛਪਦਾ ਸੀ ਜੀ, ਉਹਨੂੰ ਬਿਲਕੁਲ ਇਦਾਂ ਹੀ ਲਿਆ ਜਾਂਦਾ ਹੁੰਦਾ ਸੀ ਵੀ ਜਿੱਦਾਂ ਅਸੀਂ ਗੱਲ ਕਰਦੇ ਹਾਂ ਨਿਊਯਾਰਕ ਟਾਈਮ ਦੀ, ਹਾਂਜੀ, ਤੇ ਇਹ ਰੈਪੂਟੇਸ਼ਨ ਸੀ ਉਹਦੀ। ਪਰ ਉਹ ਰੈਪੂਟੇਸ਼ਨ ਜਿਹੜੀ ਆ ਉਹ ਇਦਾਂ ਖੁਰਦ-ਬੁਰਦ ਕੀਤੀ, ਭਾਵੇਂ ਸਰਕਾਰੀ ਏਜੰਸੀਆਂ ਰਾਹੀਂ ਹੋਈ ਜਾਂ ਜਿੱਦਾਂ ਵੀ ਹੋਈ ਆ, ਹਾਂਜੀ, ਤੇ ਅੱਜ ਜਿਹੜਾ ਆ ਵੀ ਉਹ ਸਪੋਕਸਮੈਨ ਦਾ ਜਿਹੜਾ ਰੂਪ ਸਾਡੇ ਸਾਹਮਣੇ ਆ, ਤੇ ਉਹਦੇ ਵਿੱਚ ਉਹਦੀ ਕਿੰਨੀ ਕਹਿ ਲਓ ਵੀ ਅਥੈਂਟਿਸਿਟੀ ਹੈਗੀ ਆ ਵੀ ਜੋ ਉਹਦੇ ਵਿੱਚ ਛਪਦਾ ਆ, ਹਾਂਜੀ, ਉਹ ਆਪਾਂ ਸਾਰੇ ਜਾਣਦੇ ਆ, ਹਾਂਜੀ। ਸੋ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜਾ ਭਵਿੱਖ ਦਾ ਟੀਚਾ ਆ ਵੀ ਉਹਨੂੰ ਰੱਖ ਕੇ ਤੇ ਉਹਦੇ ਪ੍ਰਤੀ ਜਿਹੜਾ ਆ ਵੀ ਕੋਈ ਨਾ ਕੋਈ ਕੰਮ ਜਿਹੜਾ ਕਿ ਉਹ ਪ੍ਰੋਪਰ ਕਰਨਾ ਚਾਹੀਦਾ। ਖਾਸ ਤੌਰ ਤੇ ਜਦੋਂ ਆਪਾਂ ਇੰਗਲੈਂਡ ਵੱਲ ਨੂੰ ਵੇਖਦੇ ਹਾਂ, ਹਾਂਜੀ, ਬਰਤਾਨੀਆ ਦੇ ਵਿੱਚ ਆਪਣੇ ਇੰਨੇ ਕੁ ਕਮਿਊਨਿਟੀ ਦੇ ਦੂਸਰੇ ਜਰਨਲਿਸਟ ਆ ਜਿਹੜੇ BBC ਲਈ ਕੰਮ ਕਰਨ ਦੇ ਆ ਤੇ ਹੋਰ ਜਿਹੜੇ ਮੇਜਰ ਚੈਨਲ ਆ, ਹਾਂਜੀ, ਵੀ ਉਹਨਾਂ ਲਈ ਮੇਜਰ ਅਖਬਾਰਾਂ ਲਈ ਲਿਖਦੇ ਪਏ ਆ, ਹਾਂਜੀ। ਪਰ ਜੇ ਅਸੀਂ ਕਹੀਏ ਵੀ ਕੋਈ ਸਾਡੇ ਕੋਲੇ ਹੋਵੇ ਆਪਣਾ ਪਲੇਟਫਾਰਮ ਜਿੱਥੇ ਉਹ ਲਿਖ ਰਹੇ ਹੋਣ, ਜਿੱਥੇ ਉਹ ਗੱਲ ਕਰ ਰਹੇ ਹੋਣ। ਨਹੀਂ ਜੀ, ਪਿੱਛੇ ਜਿਹੜੇ ਆਪਣੇ ਮੁੰਡਾ ਆਪਣੇ ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸੋਹਤ ਆ, ਉਹ ਮੈਂ ਕਹਿ ਸਕਦਾ ਵੀ ਬਾਹਰ ਵਾਲਿਆਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਹ ਵਧੀਆ ਲਿਖਦਾ ਤੇ ਵਧੀਆ ਉਹ ਜਿਹੜਾ ਪੱਖ ਆ ਉਹ ਉਜਾਗਰ ਕਰਦਾ, ਕੈਨੇਡਾ ਦੇ ਨਾਲ ਸੰਬੰਧਿਤ ਵੀ, ਪੰਜਾਬ ਦੇ ਨਾਲ ਤੇ ਇੰਡੀਆ ਦੇ ਨਾਲ ਸੰਬੰਧਿਤ ਵੀ। ਤਾਂ ਉਹਨੇ ਵੀ ਪਿਛਲੇ ਦਿਨ ਇੱਕ ਪੋਸਟ ਮੈਂ ਉਹਦੀ ਪੜ੍ਹ ਰਿਹਾ ਸੀਗਾ, ਤੇ ਉਹ ਜਿਹੜੀਆਂ ਆਹੀ ਖਬਰਾਂ ਕਰੋਨਾ ਦੇ ਨਾਲ ਸੰਬੰਧਿਤ, ਇਹ ਜਿਹੜੀ BBC ਪੰਜਾਬੀ ਆ ਉਹਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਪਾਈਆਂ। ਉਹ ਕਹਿੰਦਾ ਵੀ ਬਿਨਾਂ ਕਿਸੇ ਅਥੈਂਟਿਸਿਟੀ ਦੇ ਉੱਤੇ, ਬਿਨਾਂ ਕਿਸੇ ਤੱਥ ਦੇ ਉੱਤੇ ਜਿਹੜੀਆਂ ਉਹ ਖਬਰਾਂ ਉਹਦੇ ਵਿੱਚ ਕਹਿੰਦਾ ਉਹ ਪਾਉਣ ਵਾਲੇ ਬੰਦੇ ਕੌਣ ਹੈ। ਹੁਣ ਸਾਨੂੰ ਇਹ ਵੀ ਇੱਥੇ ਵਿਚਾਰਨਾ ਪਊਗਾ ਕਿ ਜਿਹੜੇ ਦੂਜੇ ਮੀਡੀਏ ਆ, ਜਿਹੜੇ ਪੰਜਾਬੀ ਮੀਡੀਏ ਆ ਬਾਹਰਲੇ ਪਾਸੇ ਵੀ,
ਸਥਾਪਿਤ ਹੋਇਆ ਉਹਨਾਂ ਦੇ ਵਿੱਚ ਵੀ ਜਿਹੜਾ ਭਾਰਤੀ ਰਾਸ਼ਟਰਵਾਦ ਦੇ ਰੰਗੇ ਹੋਏ ਬੰਦੇ ਉਹਨਾਂ ਦੇ ਵਿੱਚ ਵੀ ਸਥਾਪਿਤ ਹੈ, ਜਿਹੜੇ ਕਿ ਕਿਸੇ ਖਾਸ ਇਸ਼ਾਰਿਆਂ ਦੇ ਉੱਤੇ ਸਾਨੂੰ ਬਦਨਾਮ ਕਰਨ ਖਾਤਰ ਬਿਨਾਂ ਕਿਸੇ ਅਥੈਂਟਿਸਿਟੀ ਤੋਂ, ਬਿਨਾਂ ਕਿਸੇ ਸੱਚਾਈ ਤੋਂ ਜਿਹੜੀਆਂ ਖਬਰਾਂ ਉਹ ਪ੍ਰਕਾਸ਼ਿਤ ਕਰਦੇ ਨੇ। ਬਿਲਕੁਲ ਉਹ ਗੱਲ ਸਹੀ ਹੈ, ਤੁਹਾਡਾ ਨੁਕਤਾ ਬਹੁਤ ਵਧੀਆ ਵੀ ਇੱਕ ਹੈਗੀ BBC, ਹਾਂਜੀ, ਇੱਕ ਹੈਗੀ BBC ਪੰਜਾਬੀ, BBC ਹਿੰਦੀ, ਹਾਂਜੀ। ਉਹ ਸਾਰੇ ਜਿਹੜੇ ਆ ਨਾ, ਹਾਂਜੀ, ਉਹ ਤੇ ਮਤਲਬ ਤੁਸੀਂ BBC ਹਿੰਦੀ ਦੇਖੋ ਤੇ ਉਹ ਇਦਾਂ ਹੀ ਲੱਗਦਾ ਵੀ ਜਿੱਦਾਂ RSS ਵਾਲੇ ਚਲਾ ਰਹੇ ਆ ਜੀ, ਤੇ BBC ਪੰਜਾਬੀ ਜਿਹੜੀ ਉਹ ਇਦਾਂ ਹੀ ਆ ਜਿੱਦਾਂ ਜਗਬਾਣੀ ਵਾਲੇ ਜਿਹੜੇ ਆ ਵੀ ਉਹ ਉੱਥੇ ਜਾ ਕੇ ਬਹਿ ਗਏ। ਹਾਂਜੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਵੀ ਬਿਲਕੁਲ ਸਾਡੇ ਲਈ ਅੱਗੇ ਗਾਂ ਜਿਹੜੇ ਨਵੇਂ ਖਤਰੇ ਆ ਹਾਂਜੀ, ਵੀ ਉਹਨਾਂ ਨੂੰ ਇਸ਼ਾਰਾ ਕਰਦੀਆਂ ਵੀ ਜਿੱਦਾਂ ਹੁਣ ਵੀ ਸਿੱਖ ਪਛਾਣਦਾ ਆ ਵੀ ਅੱਛਾ ਇਹ ਜਗਬਾਣੀ ਵਾਲੇ ਪੰਜਾਬ ਕੇਸਰੀ ਗਰੁੱਪ ਦੀਆਂ ਖਬਰਾਂ ਆ, ਕੋਈ ਨਾ ਹਾਂਜੀ, ਇਹਨੂੰ ਥੋੜਾ ਵੀ ਜਿੱਦਾਂ ਅੰਗਰੇਜ਼ੀ ਦੀ ਕਹਾਵਤ ਹੈ ਟੇਕ ਇਟ ਵਿਦ ਦ ਪਿੰਚ ਆਫ ਸਾਲਟ ਜੀ, ਭਈ ਉਹ ਅਸੀਂ ਪਹਿਲਾਂ ਹੀ ਦਿਮਾਗ ਦੇ ਵਿੱਚ ਸਾਡੇ ਉਹ ਇੱਕ ਤਰ੍ਹਾਂ ਨਾਲ ਕਹ ਲਓ ਵੀ ਸੇਫਗਾਰਡ ਲੱਗੇ ਆ ਹਾਂਜੀ, ਤੇ ਉਹ ਜਿਹੜੀ ਖਬਰ ਆ ਉਹਨੂੰ ਅਸੀਂ ਆਪਣੇ ਮਨ ਦੇ ਉੱਤੇ ਹਮਲਾਵਰ ਹੋਣ ਨਹੀਂ ਦੇਈਦਾ। ਹਾਂਜੀ। ਪਰ ਜਦੋਂ ਉਹੀ ਖਬਰ ਜਿਹੜੀ ਆ ਵੀ ਹੋਰ ਘਟੀਆ ਤਰੀਕੇ ਨਾਲ ਜਾਂ ਬਦਲੇ ਰੂਪ ਦੇ ਨਾਲ BBC ਪੰਜਾਬੀ ਦੇ ਵਿੱਚ ਆਉਂਦੀ ਆ, ਹਾਂਜੀ, ਫਿਰ ਸਾਨੂੰ ਉਹ ਮਾਨਸਿਕ ਖਤਰਾ ਜਿਹੜਾ ਉਹ ਲੱਗਣ ਲੱਗ ਪੈਂਦਾ ਵੀ ਇੱਥੇ ਵੀ ਕਰ ਗਏ ਅਸੀਂ ਜੀ। ਔਰ ਜਿੱਦਾਂ ਉਹ ਜਿਹੜੀ ਦੂਸਰੀ ਸੀਗੀ ਗੁਜਰਾਂ ਵਾਲੀ ਹਾਂਜੀ, ਖਬਰ ਵੀ ਉਹ ਹੁਣ ਮੈਂ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਵੀ ਇਹ ਵੀ ਉਹ ਆਪਣਾ ਸਿੱਖ ਸਿਆਸਤ ਵਾਲੇ ਵੀਰਾਂ ਨੇ ਲਿਖਿਆ ਆਇਆ ਸੀਗਾ ਵੀ ਇਹ ਨਿਊਯਾਰਕ ਟਾਈਮ ਵਿੱਚ ਛਪੀ ਆ, ਮੈਨੂੰ ਉਹ ਲੱਭੀ ਨਹੀਂ ਕਿਤੇ ਵੀ ਕਿੱਥੇ ਛਪੀ ਆ ਉਹ। ਹਾਂਜੀ, ਤੇ ਉਹ ਜੇ ਉਹ ਨਿਊਯਾਰਕ ਟਾਈਮਸ ਦੇ ਵਿੱਚ ਛਪੀ ਆ ਹਾਂਜੀ, ਤੇ ਫਿਰ ਸਾਡੇ ਲਈ ਉਹ ਬਿਲਕੁਲ ਉਦਾਂ ਹੀ ਖਤਰਾ ਜਿਹੜਾ ਆ ਵੀ ਜਾਂ ਉਦਾਂ ਹੀ ਹਮਲਾਵਰ ਜਿਹੜਾ ਸਾਡੇ ਮਨ ਦੇ ਉੱਤੇ ਵੀ ਉਹ ਫੀਲਿੰਗ ਆ ਜਾਂਦੀ ਆ ਵੀ ਅੱਛਾ ਵੀ ਉਹ ਨਿਊਯਾਰਕ ਟਾਈਮ ਤੱਕ ਵੀ ਇਹਨਾਂ ਦੀ ਪਹੁੰਚ ਹੋ ਗਈ ਆ ਵੀ ਜਿਹੜਾ ਸਾਨੂੰ ਬਦਨਾਮ ਕਰਨ ਵਾਲਾ ਜਿਹੜਾ ਲਾਣਾ ਹੈਗਾ। ਹਾਂਜੀ, ਸੋ ਉਹ ਜਿਹੜਾ ਆ ਵੀ ਉਹ ਇੱਕ ਤਰ੍ਹਾਂ ਨਾਲ ਕਹ ਲਓ ਵੀ ਜਿਹੜੀ ਫੀਲਿੰਗ ਹੈ ਨਾ ਭਈ ਅਸੀਂ ਹਰੇਕ ਪਾਸਿਓਂ ਘਿਰੀ ਜਾਣਦਾ ਆ। ਹਾਂਜੀ, ਨਹੀਂ ਹੁਣ ਉਹ ਹਾਵੀ ਹੋ ਜਾਂਦੀ ਹੈ। ਇੱਥੇ ਆਪਾਂ ਜਿਹੜੀ ਆਕੜੀ ਹੋਰ ਜੋੜ ਲੈਂਦੇ ਆ, ਜਿਵੇਂ ਤੁਸੀਂ ਕਿਹਾ ਵੀ ਨਿਊਯਾਰਕ ਟਾਈਮ ਤੱਕ ਇਹਨਾਂ ਦੀ ਪਹੁੰਚ ਹੋ ਗਈ ਆ, ਤੇ ਖਾਸ ਕਰਕੇ ਕਹਿੰਦੇ ਵੀ 2015 ਤੋਂ ਮੋਦੀ ਦੀ ਜਿਹੜੀ ਕੈਨੇਡਾ ਫੇਰੀ ਆ ਉਹ ਤੋਂ ਬਾਅਦ ਦਾ ਸੀਗਾ ਜਿਹੜਾ ਹੋਇਆ, ਤਾਂ ਫਿਰ ਉਹ ਤੋਂ ਬਾਅਦ ਜਦੋਂ ਟਰੂਡੋ ਇੰਡੀਆ ਦੇ ਵਿੱਚ ਜਾਂਦਾ, ਜਿਸ ਤਰੀਕੇ ਨਾਲ ਉਹਨਾਂ ਨੇ ਬਿਹੇਵ ਕੀਤਾ, ਉਹ ਤੋਂ ਬਾਅਦ ਦੀਆਂ ਜਿਹੜੀਆਂ ਕਹਿੰਦੇ ਇਨਵੈਸਟੀਗੇਸ਼ਨਸ ਉੱਥੇ ਸ਼ੁਰੂ ਹੋਈਆਂ ਜਾਂ ਅਲਾਰਮ ਕੈਨੇਡਾ ਦੇ ਵਿੱਚ, ਤਾਂ ਉੱਥੇ ਆ ਹੁਣੇ ਪਿੱਛੇ ਜੇ ਖੁਲਾਸਾ ਹੋਇਆ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਅਖਬਾਰਾਂ ਦੇ ਸੰਪਾਦਕ ਬਣੇ ਬੈਠੇ ਆ, ਨਾ ਉਹਨਾਂ ਨੇ ਭਾਵੇਂ ਹਾਲੇ ਨਹੀਂ ਦੱਸਿਆ ਵੀ ਉਹ ਜਿਹੜੇ ਫੜੇ ਗਏ ਆ ਜਿਹੜੇ ਭਾਰਤੀ ਏਜੰਸੀਆਂ ਦੇ ਫਿੱਟ ਕੀਤੇ ਗਏ ਹੋਏ ਆ ਵਿਦੇਸ਼ੀ ਜਿਹੜੇ ਆ ਮੀਡੀਆ ਦੇ ਵਿੱਚ, ਠੀਕ ਹੈ ਜੀ, ਜਿਹੜੇ ਕੰਮ ਤੇ ਸੇਵਾ ਭਾਰਤ ਦੀ ਕਰਦੇ ਆ ਤੇ ਰਹਿੰਦੇ ਕੈਨੇਡਾ ਦੇ ਵਿੱਚ ਹੈ, ਤੇ ਉੱਥੇ ਦੇ ਵਿੱਚ ਜਾ ਕੇ ਉਹ ਜਿਹੜੀ ਆ ਉਹੀ ਜਿਹੜੀ ਜ਼ਹਿਰ ਆ ਉਹ ਉੱਥੇ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਔਰ ਉਹਦਾ ਉਹੀ ਰੂਪ ਇੱਥੇ ਵੀ ਹੈਗਾ ਆ ਵੀ ਨਿਊਜ਼ੀਲੈਂਡ ਦੇ ਵਿੱਚ ਜੇ ਤੁਸੀਂ ਆਲੇ ਦੁਆਲੇ ਧਿਆਨ ਦਿਓ ਤਾਂ ਵੀ ਜਿੱਦਾਂ ਹੁਣ ਭਾਵੇਂ ਉਹ ਪੰਜਾਬੀ ਦੇ ਅਖਬਾਰ ਆ ਭਾਵੇਂ ਅੰਗਰੇਜ਼ੀ ਦੇ ਅਖਬਾਰ ਆ ਜਿਹੜੇ ਕਮਿਊਨਿਟੀ ਪੇਪਰ ਇੰਡੀਅਨ ਚਲਾ ਰਹੇ ਆ ਉਰੇ, ਹਾਂਜੀ, ਤੇ ਉਹ ਸਾਰੇ ਜਿਹੜੇ ਆ ਵੀ ਉਹ ਪ੍ਰੋਪਰ ਐਨ ਜਿਹੜਾ ਕਹਿ ਲਓ ਵੀ ਭਾਰਤੀ ਨਿਜ਼ਾਮ ਆ ਉਹ ਉਹਦੇ ਹੀ ਹੱਥ ਠੁੱਕੇ ਆ ਜੀ, ਔਰ ਉਹ ਕਲੀਅਰ ਆ ਸਾਰਾ ਕੁਝ ਵੀ ਜਿੱਦਾਂ ਹੁਣ ਵੀ ਔਰ ਫਿਰ ਉਹਨੂੰ ਨਾ ਇਹਨਾਂ ਪਲੇਟਫਾਰਮਸ ਨੂੰ ਹਾਂਜੀ ਉਹ ਵਰਤਦੇ ਆ ਭਈ ਜਿਹਨੂੰ ਪ੍ਰਮੋਸ਼ਨ ਦੇਣੀ ਆ ਹਾਂਜੀ ਇੱਥੇ ਸਮਾਜ ਦੇ ਵਿੱਚ ਹਾਂਜੀ ਉਹਨੂੰ ਉਹ ਪ੍ਰਮੋਟ ਕਰਦੇ ਆ ਹਾਂਜੀ, ਤੇ ਜਿਹਨੂੰ ਥੱਲੇ ਸੁੱਟਣਾ ਆ ਹਾਂਜੀ ਉਹਦੇ ਖਿਲਾਫ ਜਿਹੜੀਆਂ ਉਹ ਖਬਰਾਂ ਜਿਹੜੀਆਂ ਉਹ ਲੱਗਣ ਲੱਗ ਪੈਂਦੀਆਂ ਹੋਰ ਹਿਸਾਬ ਦੇ ਨਾਲ ਜਿਹੜਾ ਭਈ ਉਹਦੀ ਪ੍ਰੈਜੈਂਟੇਸ਼ਨ ਸ਼ੁਰੂ ਹੋ ਜਾਂਦੀ ਆ। ਤੇ ਕਿਉਂਕਿ ਜਦੋਂ ਤੁਸੀਂ ਕਿਤੇ ਵੀ ਨਾ ਕਿਸੇ ਸਮਾਗਮ ਦੇ ਵਿੱਚ ਬੋਲ ਰਹੇ ਆ ਜਾਂ ਕਿਤੇ ਕਹਿ ਲਓ ਵੀ ਬੈਠੇ ਆ ਹਾਂਜੀ, ਤੁਸੀਂ ਹਰ ਵੇਲੇ ਇਸ ਧਿਆਨ ਨਾਲ ਨਹੀਂ ਬਹਿ ਸਕਦੇ ਹੁੰਦੇ ਵੀ ਲੈ ਵੀ ਹੁਣ ਮੇਰੀਆਂ ਫੋਟੋ ਖਿੱਚੀਆਂ ਜਾ ਰਹੀਆਂ ਹਾਂਜੀ, ਤੇ ਹੁਣ ਮੈਂ ਬਸ ਉਹ ਪੋਜ਼ ਦੇ ਵਿੱਚ ਹੀ ਬੈਠਣਾ ਵੀ ਇਦਾਂ ਹੀ ਆਵੇ। ਤੋ ਉਹ ਅਖਬਾਰ ਵਾਲਾ ਜਿਹੜਾ ਆ ਉਹਦੀ ਮਰਜ਼ੀ ਹੁੰਦੀ ਆ ਵੀ ਜੇ ਉਹਨੇ 15-20 ਫੋਟੋ ਖਿੱਚੀਆਂ ਹਾਂਜੀ ਉਹਦੇ ਵਿੱਚੋਂ ਤੁਹਾਡੀ ਉਹ ਫੋਟੋ ਵੀ ਜਿਹਦੇ ਵਿੱਚ ਤੁਸੀਂ ਐਨ ਪਈ ਸੋਹਣੇ ਸੁਚੱਜੇ ਢੰਗ ਨਾਲ ਬੈਠੇ ਦੇਖਦੇ ਆ ਕਿ ਤੁਸੀਂ ਇਦਾਂ ਦੇਖਦੇ ਆ ਵੀ ਜਿੱਦਾਂ ਵੀ ਇਹ ਵੀ ਆਪਣਾ ਜਲੂਸ ਜਿਹੜਾ ਵੀ ਉਹ ਨਿਕਲ ਰਿਹਾ ਜੀ, ਸੋ ਉਹ ਉਹਦੀ ਮਰਜ਼ੀ ਆ। ਸੋ ਇਸ ਕਰਕੇ ਇਹ ਪਾਵਰ ਜਿਹੜੀ ਆ ਵੀ ਉਹ ਅਗਲੇ ਵਰਤਦੇ ਆ ਜੀ, ਭਈ ਜੇ ਤੇ ਤੁਸੀਂ ਉਹ ਜਿਹੜੀ ਲਕੀਰ ਦੇ ਉੱਤੇ ਉਹ ਚੱਲ ਰਹੇ ਆ ਹਾਂਜੀ, ਤੇ ਉਹਦੇ ਤੁਸੀਂ ਲਕੀਰ ਦੇ ਰਾਹੀਂ ਆ ਇਹ ਤੇ ਠੀਕ ਆ ਵੀ ਉਹ ਤੁਹਾਨੂੰ ਐ ਸੋਹਣਾ ਪ੍ਰੈਜ਼ੈਂਟ ਕਰੋਗੇ, ਇਹਦੇ ਵਰਗਾ ਬੰਦਾ ਕੋਈ ਨਹੀਂ। ਤੇ ਜੇ ਤੁਸੀਂ ਉਹਨਾਂ ਤੋਂ ਉਲਟ ਹੋ ਗਏ ਆ ਫਿਰ ਦੇਖੋ ਵੀ ਉਹ ਤੁਹਾਡਾ ਪੈਰ ਦੇ ਉੱਤੇ ਜਲੂਸ ਕੱਢਦੇ ਆ ਵੀ ਉਹ ਤੁਸੀਂ ਆਪ ਬੈਠੇ ਹੋਏ ਆ, ਸੋ ਇਸ ਕਰਕੇ ਤੁਸੀਂ ਸ਼ਿਕਾਇਤ ਵੀ ਨਹੀਂ ਕਰ ਸਕਦੇ। ਹਾਂਜੀ, ਬਿਲਕੁਲ ਉਸੇ ਤਰੀਕੇ ਦੇ ਨਾਲ ਹੈ ਜੀ, ਜਿਸ ਪੈਟਰਨ ਦੇ ਉੱਤੇ ਆਪਾਂ ਕਹਿੰਦੇ ਵੀ ਜਿਹੜਾ ਹੁਣ ਭਗਵਾਕਰਨ ਹੋਇਆ ਇੰਡੀਆ ਦੇ ਵਿੱਚ ਮੀਡੀਆ ਦਾ, ਵੀ ਜਿਸ ਤਰੀਕੇ ਨਾਲ ਉੱਥੇ ਦੇ ਜਿਹੜੇ ਚੈਨਲ ਹੈ ਉਹ ਧੂਆਂਧਾਰ ਪ੍ਰਚਾਰ ਕਰਦੇ ਆ ਮੋਦੀ ਦੇ ਉਹਨਾਂ ਦੇ ਸਾਰਿਆਂ ਦੇ ਹੱਕ ਦੇ ਵਿੱਚ, ਹੁਣ ਉੱਥੋਂ ਆਪਾਂ ਨੂੰ ਸਮਝ ਪੈ ਜਾਂਦੀ ਹੈ ਕਿ ਉਹ ਚਾਹੁੰਦਾ ਹੀ ਉਹ ਹੈ ਕਿ ਜੋ ਸਰਕਾਰ ਚਾਹੁੰਦੀ ਆ, ਜੋ ਭਾਰਤੀ ਰਾਸ਼ਟਰਵਾਦ ਚਾਹੁੰਦਾ ਹੈ ਉਹ ਉਹੀ ਕੁਛ ਜਿਹੜਾ ਲਿਖਿਆ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਚਾਹੁੰਦੇ ਆ। ਹੁਣ ਜੇ ਕੈਨੇਡਾ ਦੀਆਂ ਐਗਜ਼ਾਮਪਲਾਂ ਸਾਡੇ ਸਾਹਮਣੇ ਆ ਗਈਆਂ ਕਿ ਉਹਨਾਂ ਦੇ ਫਿੱਟ ਕਰੇ ਹੋਏ ਬੰਦੇ ਆ, ਤਾਂ ਸਾਨੂੰ ਪੂਰੇ ਵਰਲਡ ਦੇ ਵਿੱਚ ਵੱਸਦੇ ਸਿੱਖਾਂ ਨੂੰ, ਖਾਸ ਕਰਕੇ ਮੈਂ ਕਹਿੰਦਾ ਸਿੱਖਾਂ ਦੀ ਗੱਲ ਕਰਦੇ ਆ ਆਪਾਂ, ਵੀ ਸਿੱਖਾਂ ਨੂੰ ਇਹ ਗੱਲੋਂ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਕਿ ਕਿਹੜੇ ਬੰਦੇ ਨੇ ਜਿਹੜੇ ਸਾਡਾ ਪੱਖ ਸਹੀ ਤਰੀਕੇ ਨਾਲ ਜਿਹੜਾ ਉਜਾਗਰ ਕਰ ਰਹੇ ਨੇ, ਤੇ ਕਿਹੜੇ ਉਹ ਪੱਤਰਕਾਰ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਦੇ ਨੇ, ਚਾਹੇ ਉਹ ਸੋਸ਼ਲ ਮੀਡੀਆ ਤੇ ਕੋਈ ਇੰਡੀਵਿਜੂਅਲ ਕਰ ਰਿਹਾ ਆਪਣਾ ਚੈਨਲ ਬਣਾ ਕੇ, ਠੀਕ ਹੈ ਜੀ, ਚਾਹੇ ਕੋਈ ਰੇਡੀਓ ਦੇ ਰਾਹੀਂ ਜਾਂ ਕੋਈ ਟੀਵੀ ਦੇ ਰਾਹੀਂ ਕਰ ਰਿਹਾ,
ਉਹ ਸਾਡੀਆਂ ਜਿਹੜੀਆਂ ਅੱਖਾਂ ਉਹ ਪੂਰੀ ਤਰੀਕੇ ਦੇ ਨਾਲ ਉਹਨਾਂ ਨੂੰ ਸਾਨੂੰ ਐਨਾਲਿਸਿਸ ਕਰਨਾ ਚਾਹੀਦਾ ਹੈ ਕਿ ਕਿਤੇ ਇਹ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਏਜੰਡਾ ਉਹੀ ਤਾਂ ਨਹੀਂ ਪੁਸ਼ ਕਰ ਰਹੇ। ਉਹਦੇ ਤੇ ਸੌਖੀਆਂ ਗੱਲਾਂ, ਕਿਉਂਕਿ ਤੁਸੀਂ ਦੇਖ ਲਓ ਜਿੱਥੇ ਜਿੱਥੇ ਵੀ ਰਹਿਣਾ, ਜੇ ਤੁਸੀਂ ਅੱਖਾਂ ਖੋਲ ਕੇ ਦੇਖ ਲਓਗੇ ਕਿ ਕੋਈ ਅਜਿਹੀ ਖਬਰ ਜਿਹੜੀ ਤੁਹਾਡੇ ਹੱਕ ਦੇ ਹੋਵੇ, ਜਿਵੇਂ ਕਿ ਆਪਾਂ ਇਹ ਕਰ ਰਹੇ ਹਾਂ, ਇਹਨਾਂ ਨੂੰ ਜਿਹੜਾ ਮੀਡੀਆ ਇਹਨਾਂ ਨੂੰ ਉਭਾਰ ਰਿਹਾ, ਠੀਕ ਹੈ, ਤੂੰ ਕਿਸ ਹੱਦ ਤੱਕ ਉਭਾਰ ਰਿਹਾ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜਾ ਮੀਡੀਆ ਜਿਹੜਾ ਉਹੀ ਭਗਵਾਂ ਕਰਨੀ, ਜਿਹੜਾ ਉਹ ਬੁਰਕਾ ਪਾ ਕੇ ਉਹਨੂੰ ਉਹਦੇ ਵਿੱਚੋਂ ਛਾਣ ਕੇ ਜਿਹੜਾ ਉਹ ਛਾਪ ਰਿਹਾ, ਉਹ ਤੁਹਾਨੂੰ ਪਤਾ ਲੱਗ ਜਾਊਗਾ। ਤੇ ਦੂਜੀ ਗੱਲ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਆਜ਼ਾਦ ਕਹਾਉਂਦੇ ਆ ਤੇ ਬਾਹਰ ਆਜ਼ਾਦ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਦੇ ਰੈਜ਼ੀਡੈਂਸੀਆਂ ਲਈਆਂ ਹੋਈਆਂ, ਉਹ ਮੀਡੀਆ ਦੇ ਵਾਲੇ ਬੰਦੇ, ਦੂਜਿਆਂ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ, ਖਾਸ ਕਰਕੇ ਮੀਡੀਆ ਵਾਲੇ, ਉਹ ਹਲੇ ਵੀ ਉਹਨਾਂ ਦੀ ਕਿਆ ਮਜਬੂਰੀ ਹੈ ਕਿ ਉਹ ਭਾਰਤੀ ਰਾਸ਼ਟਰਵਾਦ ਦੀਆਂ ਜੁੱਤੀਆਂ ਕਿਉਂ ਝਾੜਦੇ ਆ। ਠੀਕ ਹੈ ਜੀ, ਉਹ ਬੈਠੇ ਕੋਈ ਕੈਨੇਡਾ ਦੇ ਵਿੱਚ ਬੈਠਾ, ਕੋਈ ਅਮਰੀਕਾ ਦੇ ਵਿੱਚ ਬੈਠਾ, ਕੋਈ ਆਸਟ੍ਰੇਲੀਆ 'ਚ ਬੈਠਾ, ਕੋਈ ਨਿਊਜ਼ੀਲੈਂਡ ਦੇ ਵਿੱਚ ਬੈਠਾ, ਉਹਨਾਂ ਦੀ ਕਿਹੜੀ ਮਜਬੂਰੀ ਹੈ ਕਿ ਉਹ ਭਾਰਤੀ ਜਿਹੜੀਆਂ ਏਜੰਸੀਆਂ ਜਾਂ ਉਹਨਾਂ ਦੀਆਂ ਜੁੱਤੀਆਂ ਝਾੜਨ, ਜਾਂ ਭਾਰਤ ਦੇ ਜਿਹੜੇ ਦੂਤਾਵਾਸ ਹੈ। ਅਸੀਂ ਇਹ ਨਹੀਂ ਕਹਿੰਦੇ ਅਸੀਂ ਵੀ ਉੱਥੇ ਦੇ ਵਸਿੰਦੇ ਆਏ ਹਾਂ, ਪਰ ਮੇਰਾ ਮਤਲਬ ਇਹ ਹੈ ਵੀ ਜਿਹੜਾ ਪੱਤਰਕਾਰਤਾ ਦਾ ਧਰਮ ਹੈ ਉਹ ਸੱਚ ਪ੍ਰਗਟ ਕਰਨਾ। ਜਦੋਂ ਉਹਨਾਂ ਨੂੰ ਉਰੇ ਬੈਠ ਕੇ, ਜੇ ਉੱਥੇ ਉਹਨਾਂ ਇੰਡੀਆ ਦੇ ਬੈਠੇ ਕਿਸੇ ਬੰਦੇ ਨੂੰ ਡਰ ਹੋ ਸਕਦਾ ਹੈ, ਬਾਹਰਲੇ ਕੰਟਰੀ 'ਚ ਬੈਠੇ ਕਿਹੜੇ ਪੱਤਰਕਾਰ ਨੂੰ ਡਰ ਹੋ ਸਕਦਾ ਸੱਚ ਬੋਲਣ ਤੋਂ? ਉਹ ਸੱਚੀ ਖਬਰ ਦਾ ਰਾਹੇ, ਠੀਕ ਹੈ, ਜਿੱਥੇ ਸਟੇਟ ਠੀਕ ਹੈ ਸਟੇਟ ਨੂੰ ਠੀਕ ਕਰੇ, ਜਿੱਥੇ ਕੋਈ ਸਟੇਟ ਦੀ ਗਲਤੀ ਹੈ ਜਾਂ ਉੱਥੇ ਦੀ ਮੀਡੀਆ ਦੀ ਗਲਤੀ ਹੈ ਉੱਥੇ ਕਰੇ। ਆਪਾਂ ਨਿਊਜ਼ੀਲੈਂਡ ਵਿਚਲਾ ਜਿਹੜਾ ਇੰਸੀਡੈਂਟ ਉਹ ਵਿਚਾਰ ਲੈਂਦੇ ਆ ਕਿ ਜਦੋਂ ਜਿਹੜੇ ਇਹਨਾਂ ਨੇ ਕਾਨੂੰਨ ਚੇਂਜ ਕੀਤੇ ਆ, ਜਿਹੜੀਆਂ ਜੰਮੂ ਕਸ਼ਮੀਰ ਵਾਲੀਆਂ ਧਾਰਾ ਤੋੜਨ ਤੋਂ ਬਾਅਦ ਦੇ ਵਿੱਚ ਇੱਥੇ ਕੀ ਸੀ ਬੀਬੀ, ਉਹ ਹਾਲਾਂਕਿ ਹਿੰਦੂ ਬੀਬੀ ਸੀ, ਉਹ ਡਾਕਟਰ ਸਪਨਾ ਸਾਂਬਤ ਹੈ ਨਾ। ਹੁਣ ਉਹਨੂੰ ਕਿੰਨਾ ਕਿ ਇੱਥੇ ਤੇ ਮੀਡੀਆ ਨੇ ਕਿਸੇ ਨੇ ਉਭਾਰਿਆ ਵੀ ਨਹੀਂ, ਬਲਕਿ ਉਹਦੇ ਖਿਲਾਫ ਪ੍ਰਚਾਰ ਪੂਰਾ ਚੱਲਿਆ, ਔਰ ਈਵਨ ਉਹਨੂੰ ਧਮਕੀਆਂ ਦਿੱਤੀਆਂ ਗਈਆਂ, ਹੋਰ ਸਾਰਾ ਕੁਝ, ਭੱਦੀ ਸ਼ਬਦਾਵਲੀ, ਸਭ ਕੁਝ ਉਹਦੇ ਖਿਲਾਫ ਜਿਹੜਾ ਪੂਰਾ ਵਰਤਿਆ ਅਜੇ ਵੀ ਵਰਤਿਆ ਜਾ ਰਿਹਾ। ਹਾਂਜੀ, ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਵੀ ਉਹ ਇੱਧਰ ਨੂੰ ਪੁਆਇੰਟ ਆਊਟ ਕਰਦੀਆਂ ਵੀ ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਇਹ ਹੱਥ ਠੋਕੇ ਨੇ। ਹਾਂਜੀ, ਤੇ ਉਹਦਾ ਕਾਰਨ ਇੱਕ ਇਹ ਵੀ ਹੈਗਾ ਆ ਵੀ ਕਈ ਬੰਦੇ ਹੈਗੇ ਆ ਵੀ ਜਿਹੜੇ ਮੀਡੀਆ ਦੇ ਵਿੱਚ ਵੀ ਇਸ ਵੇਲੇ ਸਰਗਰਮਿਆਂ ਤੇ ਇਸ ਵੇਲੇ ਸਿਰ ਕੱਢ ਹਸਤੀਆਂ ਬਣੇ ਹੋਏ ਆ। ਹਾਂਜੀ, ਤੇ ਜੇ ਤੁਸੀਂ ਉਹਨਾਂ ਦੀ ਮਾੜੀ ਜਿਹੀ ਪਿਛੋਕੜ ਵੇਖੋ ਨਾ, ਹਾਂਜੀ, ਤੇ ਉਹ ਹਰੇਕ ਬੰਦਾ ਜਿਹੜਾ ਆ ਉਹ ਦੇਖ ਪੈਂਦਾ ਵੀ ਇਹ ਜਿਹੜੇ ਅਹੁਦੇ ਦੇ ਉੱਤੇ ਬੈਠਾ ਆ ਜੀ, ਜਾਂ ਜਿੱਦਾਂ ਕਿ ਇਹ ਆਪਣੀ ਇਮੇਜ ਬਣਾਈ ਬੈਠਾ ਆ ਵੀ ਉਹਦੇ ਕਾਬਿਲ ਹੈ ਨਹੀਂ ਜੀ। ਤੇ ਜਦੋਂ ਇਹ ਪੁਆਇੰਟ ਜਿਹੜਾ ਆ ਵੀ ਇਹ ਆਉਣ ਲੱਗ ਪੈਂਦਾ ਤੇ ਅਗਲਾ ਉਹ ਉੱਥੇ ਦੇਖਣ ਲੱਗ ਪੈਂਦਾ ਵੀ ਅੱਛਾ ਵੀ ਇਹਨੂੰ ਇੱਥੇ ਬਿਠਾਇਆ ਗਿਆ ਹੈ ਜੀ। ਤੇ ਜਦੋਂ ਬਿਠਾਇਆ ਗਿਆ ਹੋਵੇ ਉਹਨੂੰ ਪਤਾ ਹੁੰਦਾ ਫਿਰ ਵੀ ਜਿਹਨੇ ਮੈਨੂੰ ਬਿਠਾਇਆ ਹੈ, ਜੇ ਮੈਂ ਉਹਦੇ ਖਿਲਾਫ ਬੋਲਿਆ ਜਾਂ ਉਹਨੇ ਦੇਖਿਆ ਵੀ ਇਹ ਜੋ ਮੈਂ ਕਹਿ ਰਿਹਾ ਵੀ ਨਹੀਂ ਕਰ ਰਿਹਾ, ਉਹਨੇ ਉਹਨੂੰ ਚੱਕ ਕੇ ਥੱਲੇ ਮਾਰਨਾ, ਕੋਈ ਹੋਰ ਲਿਆ ਕੇ ਉੱਥੇ ਬਿਠਾ ਦੇ। ਸੋ ਤਾਂ ਕਰਕੇ ਮਤਲਬ ਵੀ ਉਹ ਗੁਲਾਮ ਜਿਹੜੇ ਨੇ ਵੀ ਉਹ ਏਦਾਂ ਨਹੀਂ ਵੀ ਉਹ ਸਿਰਫ ਆਪਣੀ ਮਰਜ਼ੀ ਦੇ ਨਾਲ ਕਰ ਰਹੇ ਆ, ਉਹ ਅਸਲ ਦੇ ਵਿੱਚ ਗੁਲਾਮ ਨੇ ਜੀ। ਵੀ ਆਜ਼ਾਦ ਮੁਲਕ 'ਚ ਬਹਿ ਕੇ ਵੀ ਗੁਲਾਮ ਨੇ ਜੀ, ਬਿਲਕੁਲ। ਤਾਂ ਉਹ ਚੀਜ਼ ਜਿਹੜੀ ਆ ਵੀ ਉਹ ਭਾਈ ਉਹਨਾਂ ਦੇ ਉੱਤੇ ਹੀ ਆ ਵੀ ਜੇ ਉਹ ਆਪ ਆਜ਼ਾਦ ਨਹੀਂ ਹੋਣਾ ਚਾਹੁੰਦੇ, ਗੁਲਾਮੀ ਦੇ ਵਿੱਚ ਹੀ ਆਨੰਦ ਮਾਣਦੇ ਆ, ਤੇ ਉਹ ਫਿਰ ਸਾਨੂੰ ਸਿਆਣੇ ਹੋਣ ਦੀ ਲੋੜ ਆ, ਸਾਨੂੰ ਸਿਆਣੇ ਹੋਣ ਦੀ ਲੋੜ ਆ। ਬਿਲਕੁਲ, ਕਿਉਂਕਿ ਦੇਖੋ ਅਸੀਂ ਕਿਸੇ ਨੂੰ ਇੰਡੀਵਿਜੂਅਲ ਤੌਰ ਤੇ ਬਦਲ ਨਹੀਂ ਸਕਦੇ, ਪਰ ਸਾਨੂੰ ਜਿਹੜੀ ਐਜ਼ ਏ ਕੌਮੀ ਤੌਰ ਦੇ ਉੱਤੇ ਸਾਨੂੰ ਸੁਚੇਤ ਜ਼ਰੂਰ ਹੋਣਾ ਪੈਂਦਾ। ਅਸੀਂ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਭਾਈ ਤੂੰ ਏਦਾਂ ਨਾ ਕਰ, ਅਗਲਾ ਚਾਹੇ ਸ਼ਰੇਆਮ ਹੋ ਕੇ ਕਰੇ, ਠੀਕ ਹੈ ਗੱਲ, ਉਹਦੇ ਵਿੱਚ ਸੁਚੇਤ ਸਾਨੂੰ ਹੋਣ ਦੀ ਲੋੜ ਹੈ। ਤੇ ਹੁਣ ਇਹਦੇ ਨਾਲ ਆਪਾਂ, ਜਦੋਂ ਮੈਨੂੰ ਯਾਦ ਆ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ ਉਦੋਂ ਬਹੁਤ ਸਾਰੇ ਜਿਹੜੇ ਲੁਧਿਆਣੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਆਰਗੇਨਾਈਜ਼ ਜਿਹੜੇ ਸੈਮੀਨਾਰਾਂ ਦੇ ਵਿੱਚ ਅਟੈਂਡ ਕਰਨ ਦਾ ਸਮਾਂ ਮਿਲਦਾ ਸੀ, ਤਾਂ ਉੱਥੇ ਜਿਹੜੇ ਵਿਦਵਾਨ ਸੱਜਣ ਸੀ, ਹੁਣ ਮੈਂ ਨਾਂ ਭੁੱਲ ਗਿਆ ਕਈਆਂ ਦੇ, ਤਾਂ ਉਹਨਾਂ ਨੇ ਇਹ ਗੱਲਾਂ ਉਭਾਰੀਆਂ ਸੀ ਕਿ ਖਾਸ ਕਰਕੇ ਅਸੀਂ ਪਛੜੇ ਹੋਏ ਹਾਂ, ਕਿਉਂਕਿ ਗੱਲ ਇਹ ਹਮੇਸ਼ਾ ਪਹਿਲਾਂ ਹੀ ਚੱਲਦੀ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਸਰਕਾਰੀ ਤੰਤਰ ਹੈ ਉਹ ਸਾਨੂੰ ਬਦਨਾਮ ਕਰਦਾ, ਕਿਉਂਕਿ ਹੁਣ ਉਦੋਂ ਤਾਂ ਸੋਸ਼ਲ ਮੀਡੀਆ ਵੀ ਹੈ ਨਹੀਂ ਸੀ, ਉਦੋਂ ਤਾਂ ਆਹੀ ਅਖਬਾਰਾਂ ਮੈਗਜ਼ੀਨ ਤੇ ਇਹੀ ਸੀਗੇ, ਉਹ ਸਾਰਿਆਂ ਦੇ ਸੰਪਾਦਕ ਸੀਗੇ, ਉਹ ਕਹਿੰਦੇ ਸੀ ਕਾਮਰੇਡ ਬੰਦੇ ਆ, ਵੀ ਕਾਮਰੇਡ ਕਰਦੇ ਕਿਆ ਜਿਹੜੇ ਹੁਣ ਇਹ ਗੱਲ ਹਾਲੇ ਤੱਕ ਸਾਨੂੰ ਸਮਝ ਨਹੀਂ ਲੱਗਦੀ ਕਿ ਕਾਮਰੇਡਾਂ ਨੂੰ ਸਿੱਖੀ ਨਾਲ ਕਾਹਤੇ ਐਡਾ ਬੈਰ ਹੈ, ਠੀਕ ਹੈ, ਉਹ ਭਾਵੇਂ ਪੰਜਾਬ ਦੇ ਜੰਮੇ ਹੋਣ ਭਾਵੇਂ ਸਾਡੇ ਉਹਨਾਂ ਦੇ, ਉਹ ਕਹਿੰਦੇ ਵੀ ਪਹਿਲਾ ਕੰਮ ਉਹ ਆ ਵੀ ਉਹਨਾਂ ਨੇ ਨਾਲ ਦੇ ਨਾਲ ਨੌਂ ਦੇ ਨਾਲ ਤੇ ਸਿੰਘ ਕੱਟਣਾ ਹੈ ਨਾ, ਉਹ ਵੀ ਸਿੰਘ ਕੱਟ ਕੇ ਕਿਤੇ ਗੋਤ ਲਾ ਦੇਣਾ ਨਾਲ, ਫਿਰ ਉਹਨਾਂ ਨੇ ਪੱਗਾਂ ਵੀ ਬੰਨਣੀਆਂ ਤੇ ਕਰਤੂਤਾਂ ਉਹਨਾਂ ਨੇ ਮਾੜੀਆਂ ਕਰਨੀਆਂ, ਠੀਕ ਹੈ। ਤੇ ਉਹ ਜ਼ਿਆਦਾਤਰ ਸੰਪਾਦਕ ਉਹਨਾਂ ਨੇ ਉਦੋਂ ਕਾਫੀ ਜਿਹੜੇ ਜ਼ਿਕਰਯੋਗ ਨਾਂ ਵੀ ਉੱਥੇ ਦੱਸੇ ਸੀਗੇ, ਹੁਣ ਮੇਰੇ ਚੇਤੇ ਜੋ ਮੈਨੂੰ ਵਿਸਰ ਗਏ ਆ। ਤੇ ਹੁਣ ਮਸਲਾ ਇਹ ਆ ਵੀ ਬਹੁਤ ਸਾਰੇ ਜਿਹੜੇ ਗਿਣੇ ਚੁਣੇ ਆਪਾਂ ਨੂੰ ਪਤਾ ਕਿ ਉਹਨਾਂ ਦੀ ਜਿਹੜੀ ਕਾਰਜਕਾਰੀ ਹੈ ਪਿੱਛੇ ਜਿਹੜੀ ਉਹਨਾਂ ਦੀ ਕਾਰਜਕਾਰੀ ਰਹੀ ਹੈ ਖਾੜਕੂਵਾਦ ਦੇ ਦੌਰਾਨ ਜਾਂ ਪਹਿਲਾਂ ਵੀ ਵੰਡ ਤੋਂ ਬਾਅਦ ਦੇ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ, ਉਹ ਸਾਰਿਆਂ ਦੇ ਸਾਹਮਣੇ ਹੈ। ਹੁਣ ਅੱਜ ਦੇ ਦਿਨਾਂ ਦੇ ਵਿੱਚ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਸਾਡਾ ਨਵਾਂ ਨੌਜਵਾਨ ਵਰਗ ਹੈ, ਚਾਹੇ ਉਹ ਨਵੇਂ ਬਣੇ ਪੱਤਰਕਾਰ ਹੈ, ਠੀਕ ਹੈ, ਉਹਨਾਂ ਦਾ ਕਸੂਰ ਕੋਈ ਨਹੀਂ, ਠੀਕ ਹੈ ਜੀ, ਪਰ ਫਿਰ ਵੀ ਉਹਨਾਂ ਨੂੰ ਕੋਈ ਪਲੇਟਫਾਰਮ ਚਾਹੀਦਾ ਹੁੰਦਾ ਗੱਲ ਕਰਨ ਲਈ। ਉਹ ਕਈ ਵਾਰੀ ਉਹਨਾਂ ਦੇ ਧੱਕੇ ਚੜ੍ਹ ਕੇ ਉਹਨਾਂ ਨੂੰ ਆਪਣੇ ਉਸਤਾਦ ਬਣਾ ਕੇ ਤੇ ਉਹਨਾਂ ਦੇ ਰਾਹੀਂ ਜਿਹੜਾ ਉਹ ਬਾਹਰ ਪੈਰ ਪਸਾਰ ਰਹੇ ਨੇ, ਤੇ ਬਾਹਰ ਵਾਲੇ ਜਿੰਨੇ ਸਾਡੇ ਰੇਡੀਓ, ਜਿੰਨੇ ਟੈਲੀਵਿਜ਼ਨ, ਸਾਰੇ ਉਹ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ ਕਿ ਉਸ ਤਰੀਕੇ ਦੇ ਨਾਲ ਉਹ ਜਿਹੜੀਆਂ ਸਾਡੀਆਂ ਖਬਰਾਂ ਜਿਹੜੀਆਂ ਉਹ ਪੇਸ਼ ਕਰਦੇ ਨੇ। ਤਾਂ ਉਹਨਾਂ ਤੋਂ ਵੀ ਮੇਰਾ ਮਤਲਬ ਕਹਿਣ ਦਾ, ਉਹਨਾਂ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਨਹੀਂ ਨਹੀਂ ਉਹ ਜਿਹੜਾ ਹੈਗਾ ਨਾ ਤੁਸੀਂ ਕਹਿੰਦੇ ਵੀ ਇਹ ਵੀ ਬਾਹਰਲੇ ਜਿਹੜੇ ਚੈਨਲ ਨੇ ਵੀ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ। ਹਾਂਜੀ ਉਹ ਵੀ ਇੱਕ ਪੈਟਰਨ ਆ ਵੀ ਉਹ ਇਸ ਹਿਸਾਬ ਦੇ ਨਾਲ ਵੀ ਜਿਹੜਾ ਹਾਈ ਕਮਿਸ਼ਨ ਹੈ ਨਾ, ਹਾਂਜੀ, ਵੀ ਇੰਡੀਆ ਦਾ ਹਾਈ ਕਮਿਸ਼ਨ ਜਿੱਥੇ ਜਿੱਥੇ ਵੀ ਬੈਠਾ ਹੈ, ਹਾਂਜੀ, ਉਹਨਾਂ ਕੋਲੇ ਇੱਕ ਫੰਡ ਹੁੰਦਾ ਆ ਵੀ ਜਿਹੜਾ ਉਹਨਾਂ ਨੇ ਵਰਤਣਾ ਹੁੰਦਾ ਆ ਵੀ ਆਪਣੇ ਜਿਹੜੇ ਬੰਦੇ ਉਹਨਾਂ ਲਈ ਹੈਗੇ ਆ ਵੀ ਇੰਡੀਆ ਦੀ ਪ੍ਰਮੋਸ਼ਨ ਲਈ ਜੀ। ਉਹ ਫੰਡ ਦੇ ਵਿੱਚੋਂ ਵੀ ਉਹ ਫਿਰ ਅਖਬਾਰਾਂ ਜਾਂ ਮੈਗਜ਼ੀਨ ਜਿਹੜੇ ਚੱਲਦੇ ਆ ਵੀ ਉਹਨਾਂ ਨੂੰ ਵੀ ਉਹ ਮੰਥਲੀ ਜਿਹੜਾ ਆ ਵੀ ਉਹ ਵਜ਼ੀਫੇ ਜਿੱਦਾਂ ਆ ਵੀ ਉਹ ਲਾ ਦਿੰਦੇ ਆ ਜੀ। ਹੁਣ ਉਹ ਵਜ਼ੀਫਾ ਜਦੋਂ ਲੱਗ ਗਿਆ ਹਾਂਜੀ ਵੀ ਜਿੱਦਾਂ ਹੈਗਾ ਨਾ ਵੀ ਅਗੇ ਵੀ ਸ਼ੇਰ ਦੇ ਮੂੰਹ ਨੂੰ ਵੀ ਜੇ ਬੰਦੇ ਦਾ ਖੂਨ ਲਾ ਦਿਓ ਤੇ ਫਿਰ ਉਹਨੂੰ ਸਵਾਦ ਜਿਹਾ ਪੈ ਜਾਂਦਾ। ਹਾਂਜੀ ਤੇ ਉਹ ਜਿਹੜਾ ਹੈਗਾ ਆ ਵੀ ਜਦੋਂ ਵਜ਼ੀਫਾ ਲੱਗ ਗਿਆ ਆ, ਹੁਣ ਅਗਲੇ ਨੇ ਕਹਿਣਾ ਆ ਵੀ ਅੱਛਾ ਵੀ ਇੱਕ ਕੰਮ ਕਰਿਓ ਵੀ ਐਤਕੀ ਜਿਹੜੀ ਤੁਹਾਡੀ ਅਖਬਾਰ ਆ ਨਾ ਵੀ ਇਹਦੇ ਵਿੱਚ ਆ ਜਤਿੰਦਰ ਪੰਨੂ ਉਹਨਾਂ ਦਾ ਆਰਟੀਕਲ ਆ ਵੀ ਇਹ ਲਾ ਦਿਓ ਜੀ। ਹੁਣ ਕਿੱਦਾਂ ਤੁਸੀਂ ਨਾ ਕਰ ਦੋਗੇ? ਜੇ ਚੈਨਲ ਆ ਉਹਨੇ ਕਹਿ ਦੇਣਾ ਵੀ ਇਦਾਂ ਵੀ ਆ ਜਤਿੰਦਰ ਪੰਨੂ ਹੋਣਾ ਦਾ ਵੀ ਇਸ ਵਿਸ਼ੇ ਦੇ ਉੱਤੇ ਇੰਟਰਵਿਊ ਲੈ ਲਓ। ਉਹ ਉਸ ਹਿਸਾਬ ਦੇ ਨਾਲ ਨਾ ਵੀ ਉਹ ਜਦੋਂ ਤੁਹਾਨੂੰ ਕਰਦੇ ਆ ਫਿਰ ਇਹ ਨਹੀਂਗਾ ਵੀ ਜਤਿੰਦਰ ਪੰਨੂ ਨੇ ਆ ਕੇ ਗਾਲਾਂ ਕੱਢਣ ਲੱਗ ਪੈਣੀਆਂ ਜਾਂ ਕਰਨਾ। ਉਹਨੇ ਐਨ ਪ੍ਰੋਪਰ ਜਿਹੜਾ ਵੀ ਸੀਨੀਅਰ ਜਰਨਲਿਸਟ ਵਾਂਗ ਗੱਲ ਕਰਨੀ ਆ ਤੇ ਗੱਲ ਕਰਕੇ ਉਹਦੇ ਵਿੱਚ ਰੰਗ ਜਿਹੜਾ ਆ ਉਹਨੇ ਉਹ ਦੇ ਦੇਣਾ ਆ ਵੀ ਜੋ ਸਰਕਾਰ ਚਾਹੁੰਦੀ ਹੈ ਜੀ। ਤੇ ਉਸ ਹਿਸਾਬ ਦੇ ਨਾਲ ਉਹ ਜਿਹੜਾ ਆ ਵੀ ਇੱਕ ਕੋਡਿਪੈਂਡੈਂਸੀ ਕਹਿ ਲਓ ਤੇ ਇੱਕ ਜਿਹੜਾ ਹੈਗਾ ਆ ਵੀ ਤੂੰ ਮੇਰੀ ਪਿੱਠ ਤੇ ਮਾੜਾ ਜਿਹਾ ਜਿਹੜੀ ਖੁਰਕ ਪੈਂਦੀ ਆ ਵੀ ਇਹਨੂੰ ਕਰਦੇ ਮੈਂ ਤੇਰੀ ਤੇ ਕਰ ਦੂੰਗਾ ਤੇ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੋਰਸ। ਉਹ ਪੈਟਰਨ ਜਿਹੜਾ ਨਾ ਉਹ ਚੱਲਦਾ ਜੀ। ਬਿਲਕੁਲ। ਸੋ ਇਸ ਕਰਕੇ ਵੀ ਮਤਲਬ ਵੀ ਉਹ ਤੁਹਾਨੂੰ ਇਹ ਮੌਕਾ ਨਹੀਂ ਦਿੰਦੇ ਵੀ ਇਹ ਕਿ ਤੁਸੀਂ ਇਹ ਸੋਚ ਸਕੋ ਵੀ ਮੈਂ ਇਹਦਾ ਗੁਲਾਮ ਹੋ ਗਿਆ, ਇਹ ਮੈਨੂੰ ਆਰਡਰ ਕਰ ਰਿਹਾ। ਹਾਂਜੀ। ਉਹ ਬੜੇ ਪਿਆਰ ਦੇ ਨਾਲ ਨਾ ਵੀ ਇਦਾਂ ਕਰਕੇ ਵੀ ਲੈਣ ਦੇਣ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਤੁਹਾਡੀ ਮਾਨਸਿਕਤਾ ਨੂੰ ਉਸ ਪੱਧਰ ਤੇ ਲੈ ਆਉਂਦੇ ਆ ਜਿੱਥੇ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਕੋਈ ਗਲਤ ਕਰ ਰਹੇ ਹੋ, ਕੁਝ ਗਲਤ ਕਰ ਰਹੇ ਹੋ। ਸੋ ਉਹ ਪੈਟਰਨ ਜਿਹੜਾ ਆ ਵੀ ਉਹ ਕਰੀ ਚੱਲਣ ਜੋ ਕਰਦੇ ਆ। ਜਿਹੜੇ ਅਸੀਂ ਆ ਕੰਜ਼ਿਊਮਰ, ਜਿਹੜੇ ਖਬਰ ਲੈ ਰਹੇ ਆ ਰਿਸੀਵ ਕਰ ਰਹੇ ਆ, ਉਹਨਾਂ ਨੂੰ ਸਿਆਣੇ ਹੋਣ ਦੀ ਲੋੜ ਆ। ਹਾਂਜੀ। ਹੁਣ ਇੱਥੇ ਦੋ ਤਿੰਨ ਗੱਲਾਂ ਜ਼ਿਕਰਯੋਗ ਆ। ਮੈਨੂੰ ਇਹ ਵੀ ਗੱਲ ਹਾਲੇ ਨਹੀਂ ਹੋਣੀ, ਹੋ ਸਕਦਾ ਕਿਸੇ ਕੋਲ ਇਸ ਗੱਲ ਦਾ ਜਵਾਬ ਹੋਵੇ ਤਾਂ ਉਹ ਦੇ ਸਕਦਾ, ਸਰੋਤਾ ਵੀ ਦੇਖ ਸਕਦਾ ਕਿ ਜਦੋਂ ਵੀ ਕੋਈ ਪ੍ਰੋਗਰਾਮ ਸਿੱਖ ਆਰਗੇਨਾਈਜ਼ ਕਰਦੇ ਆ, ਸਪੋਜ਼ ਕਰ ਲਓ ਸਿੱਖ ਕੋਈ ਖੇਡਾਂ ਆਰਗੇਨਾਈਜ਼ ਕਰਦੇ ਆ ਕਿਸੇ ਕੰਟਰੀ ਦੇ ਵਿੱਚ, ਉਹ ਵੀ ਪੰਜਾਬ ਇੰਡੀਆ ਤੋਂ ਬਾਹਰ, ਜੇ ਉਹ ਨਾਮ ਦੇ ਦਿੰਦੇ ਆ ਵੀ ਸਿੱਖ ਕਬੱਡੀ ਕੱਪ ਜਾਂ ਸਿੱਖ ਫੁੱਟਬਾਲ ਕੱਪ ਜਾਂ ਸਿੱਖ ਗੇਮਸ, ਠੀਕ ਹੈ, ਜਿਵੇਂ ਆਸਟ੍ਰੇਲੀਆ ਵੀ ਸ਼ੁਰੂ ਹੋਈਆਂ ਤਾਂ ਸਾਡੇ ਨਿਊਜ਼ੀਲੈਂਡ 'ਚ ਵੀ ਇੱਕ ਵਾਰੀ ਹੋ ਚੁੱਕੀਆਂ, ਠੀਕ ਹੈ ਜੀ। ਹੁਣ ਉਹ ਜਦੋਂ ਨਾਂ ਦੇ ਦਿੰਦੇ ਆ ਤਾਂ ਉਹਦੇ ਵਿੱਚ ਹੁਣ ਇਹੀ ਜਿਹੜੇ ਜਿਨ੍ਹਾਂ ਦੀ ਪਿੱਠ ਭੂਮੀ ਜਾ ਕੇ ਕਾਮਰੇਡਾਂ ਨਾਲ ਰੁਲਦੀ ਆ ਉਹ ਪੱਤਰਕਾਰ ਹੁੰਦੇ ਆ। ਉਹ ਆ ਕੇ ਕਹਿੰਦੇ ਲਓ ਜੀ ਅਸੀਂ ਤਾਂ ਇਹਨੂੰ ਹੋਰ ਵਿਸ਼ਾਲ ਕਰਨਾ ਚਾਹੁੰਦੇ ਆ, ਸਿੱਖਾਂ ਤੱਕ ਇਹ ਸੀਮਿਤ ਕਾਹਦੇ, ਤੁਸੀਂ ਪੰਜਾਬੀ ਨਾਂ ਦਿਓ। ਉਹਨਾਂ ਨੂੰ ਪੰਜਾਬੀ ਨਾਂ ਵਿਸ਼ਾਲ ਲੱਗਦਾ ਤੇ ਸਿੱਖ ਨਾਂ ਉਹਨਾਂ ਨੂੰ ਛੋਟਾ ਲੱਗਦਾ, ਹਨਾ। ਅਸੀਂ ਹੁਣ ਜੇ ਇਸ ਗੱਲ ਦੀ ਆਪਾਂ ਥੋੜੀ ਹੋਰ ਡੂੰਘਾਈ ਦੇ ਨਾਲ ਇਹਦੇ ਤੇ ਉੱਤੇ ਆਪਾਂ ਗੱਲਬਾਤ ਕਰੀਏ ਕਿ ਕਿਉਂ ਭਾਈ ਅਸੀਂ ਸਿੱਖਾਂ ਨੇ ਕਦੋਂ ਦਾਅਵਾ ਕਰਿਆ ਕਿ ਪੰਜਾਬ ਦੇ ਵਿੱਚ ਇਕੱਲੇ ਸਿੱਖੇ ਰਹਿੰਦੇ ਆ? ਅਸੀਂ ਤਾਂ ਇਹ ਕਹਿੰਦੇ ਵੀ ਅੱਧਾ ਜਿਹੜਾ ਪੰਜਾਬ ਵੰਡ ਹੋ ਕੇ ਪਾਕਿਸਤਾਨ 'ਚ ਰਹਿ ਗਿਆ, ਉੱਥੇ ਜਿਹੜੀ ਬਹੁ ਗਿਣਤੀ ਆ ਮੁਸਲਮਾਨ ਪੰਜਾਬੀਆਂ ਦੀ ਹੈ ਤੇ ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਪੰਜਾਬੀ ਹੋ ਸਕਦੇ ਆ, ਠੀਕ ਹੈ। ਹੁਣ ਜੇ ਕੋਈ ਮੁਸਲਮਾਨ ਪੰਜਾਬੀਆਂ ਦੀ ਕੋਈ ਐਸੋਸੀਏਸ਼ਨ ਗੇਮਾਂ ਕਰਾਉਂਦੀ ਹੈ, ਜੇ ਉਹ ਪੰਜਾਬੀ ਮੁਸਲਿਮ ਗੇਮ ਰੱਖ ਲਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ ਜੀ। ਜੇ ਕੋਈ ਹਿੰਦੂ ਆਰਗੇਨਾਈਜੇਸ਼ਨ ਕਬੱਡੀ ਕੱਪ ਕਰਾਉਂਦੀ ਆ, ਉਹ ਰੱਖ ਲੈਂਦੀ ਆ, ਉਹ ਬੜੇ ਸ਼ੌਂਕ ਨਾਲ ਰੱਖੇ। ਅਸੀਂ ਜਿੰਨਾ ਅਸੀਂ ਪਾਰਟਿਸਿਪੇਟ ਉਹਦੇ 'ਚ ਕਰ ਸਕਦੇ, ਸਾਨੂੰ ਕਰਨਾ ਵੀ ਚਾਹੀਦਾ ਤੇ ਸਾਨੂੰ ਐਪਰੀਸ਼ੀਏਸ਼ਨ ਵੀ ਕਰਨਾ ਚਾਹੀਦਾ ਕਿ ਭਾਈ ਵਾਕਈ ਪੰਜਾਬੀਆਂ ਨੇ ਕੋਈ ਕੰਮ ਕੀਤਾ। ਹਾਂ, ਜੇ ਕਿਤੇ ਰਲ ਕੇ ਕਰਦੇ ਆ, ਉਹ ਪੰਜਾਬ ਨਾਲ ਨਾਂ ਦੇ ਦਿੰਦੇ ਆ, ਉਹਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਤਰਾਜ਼ ਜਦੋਂ ਕੋਈ ਸਿੱਖ ਆਰਗੇਨਾਈਜੇਸ਼ਨ ਕਰਕੇ ਉਹ ਸਿੱਖ ਨਾਂ ਰੱਖ ਲੈਂਦੇ ਆ, ਆਰਗੇਨਾਈਜ਼ ਉਹਨਾਂ ਨੇ ਕੀਤਾ ਹੋਇਆ, ਠੀਕ ਹੈ, ਪ੍ਰੋਗਰਾਮ ਸਾਰਾ ਉਹਨਾਂ ਦਾ, ਵਿੱਚ ਦੋ ਚਾਰ ਜਿਹੜੇ ਆ ਕੇ ਪੱਤਰਕਾਰ, ਇੱਥੇ ਮੈਨੂੰ ਯਾਦ ਹੈ ਜਗ ਬਾਣੀ ਵਾਲਾ ਬੰਦਾ ਉਹ ਇੱਥੇ ਕਹਿ ਵੀ ਗਿਆ ਸੀ ਗੱਲ ਕਿ ਸਾਨੂੰ ਨਾਂ ਰੱਖਣਾ ਚਾਹੀਦਾ ਪੰਜਾਬੀ, ਠੀਕ ਹੈ। ਗੱਲ ਵੀ ਭਾਈ ਤੈਨੂੰ ਡਿਕਟੇਟ ਕਰਦਾ ਇਹ ਰਾਈਟ ਕਿਹਨੇ ਦਿੱਤਾ? ਤੂੰ ਇਸ ਗੱਲ ਦੀ ਸੁਧਾਈ ਕਿਉਂ ਕਰਨ ਤੇ ਤੁਰ ਪਿਆ? ਜਿਹੜੇ ਪ੍ਰਬੰਧਕ ਆ ਉਹ ਜਾਣਨ, ਜਦੋਂ ਉਹਨਾਂ ਨੇ ਨਾਂ ਰੱਖ ਲਿਆ ਤਾਂ ਹੁਣ ਇਹ ਜਿਹੜੀਆਂ ਸਾਰੀਆਂ ਇਹਨਾਂ ਦੀਆਂ ਕਾਰਵਾਈਆਂ ਇਹ ਕੀ ਸਿੱਧ ਕਰਦੀਆਂ? ਤੇ ਹੁਣ ਇਹ ਜੇ ਸਾਡੀ ਕੌਮ ਹਲੇ ਵੀ ਨਹੀਂ ਸਮਝਦੀ, ਹਾਲੇ ਵੀ ਅਸੀਂ ਇਹਨਾਂ ਦੇ ਉੱਤੇ ਡਿਪੈਂਡੈਂਟ ਆ ਕਿ ਖਬਰਾਂ ਤੇ ਇਨਫੋਰਮੇਸ਼ਨ ਜਿਹੜੀ ਉਹ ਅਸੀਂ ਇਹਨਾਂ ਤੋਂ ਲੈਣੀ ਆ, ਠੀਕ ਹੈ। ਤੇ ਫਿਰ ਉਹ ਸਾਨੂੰ ਆਪਣੇ ਵੱਲ ਝਾਤ ਮਾਰਨ ਦੀ ਜਿਹੜੀ ਲੋੜ ਹੈ, ਤਾਂ ਜੋ ਇਹ ਲੋਕਾਂ ਨੂੰ ਤੁਸੀਂ ਜੇ ਚਾਹੋਗੇ ਜਿਹੜਾ ਤੁਸੀਂ ਕਹਿੰਦੇ ਵੀ ਜਿੱਥੇ ਉਹਨਾਂ ਨੇ ਸੱਟ ਮਾਰਨੀ ਆ ਉਹਨਾਂ ਨੇ ਆਪਣੀ ਮਾਰੀ ਜਾਣੀ ਹੈ। ਤੇ ਦੂਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜੇ ਇਹ ਕਾਮਰੇਡ ਭਾਈ ਯਾਰ ਬਹੁਤ ਹੈਗੇ ਵੀ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ, ਇਹਨਾਂ ਨੂੰ ਸਿੱਖ ਖੇਡਾਂ ਜਾਂ ਸਿੱਖ ਨਾਂ ਦੇ ਨਾਲ ਅਲਰਜੀ ਕਿਉਂ ਆ? ਸਾਡਾ ਸਵਾਲ ਇਹ ਇਹੀ ਐਕਸਪਲੇਨ ਕਰ ਦੇਣ ਵੀ ਜੇ ਭਾਈ ਕੋਈ ਸਿੱਖ ਬੋਡੀ ਜਾਂ ਕੋਈ ਸਿੱਖ ਸੰਸਥਾ ਜਾਂ ਕੋਈ, ਮੈਂ ਨਹੀਂ ਕਹਿੰਦਾ ਵੀ ਉਹ ਸਾਬਤ ਸੂਰਤ ਸਿੱਖ ਹੈ, ਜਿੱਦਾਂ ਦੀ ਵੀ ਸਿੱਖ ਹੈ, ਸਿੱਖ ਪਰਿਵਾਰਾਂ ਦੇ ਮੁੰਡੇ ਚਾਹੇ ਉਹ ਧਰਮ ਨੂੰ ਉਹ ਉਹਨਾਂ ਦਾ ਆਪਣਾ ਇੰਡੀਵਿਜੂਅਲ ਕਿਸ ਹੱਦ ਤੱਕ ਮੰਨਦੇ ਆ, ਹਨਾ, ਬਿਲਕੁਲ, ਵੀ ਜਾਂ ਉਹ ਕਿਸਾਧਾਰੀ ਆ ਜੋ, ਜੇ ਉਹਨਾਂ ਨੇ ਨਾਂ ਰੱਖ ਲਿਆ ਤੇ ਤੁਹਾਨੂੰ ਇਤਰਾਜ਼ ਕਿਉਂ ਆ? ਤੁਸੀਂ ਆਪਣਾ ਇਤਰਾਜ਼ ਪ੍ਰਗਟ ਕਰੋ। ਤੁਸੀਂ ਕਿਉਂ ਇਸ ਗੱਲ ਦੀ ਜਿੱਦ ਫੜੀ ਹੋਈ ਹੈ ਕਿ ਉਹ ਪੰਜਾਬੀ ਰੱਖਣ? ਕਿ ਤੁਸੀਂ ਸਿੱਖਾਂ ਦੀ ਆਇਡੈਂਟੀਟੀ ਨੂੰ ਛੁਟਿਆ ਕੇ ਜਾਂ ਸਿੱਖਾਂ ਦੀ ਆਇਡੈਂਟੀਟੀ ਨੂੰ ਡਿਸੋਲਵ ਕਰਕੇ ਤੁਹਾਨੂੰ ਕਿਹੜੀ ਖੁਸ਼ੀ ਮਿਲਦੀ ਆ?
ਕਈ ਪੱਖ ਨੇ ਇਸ ਸਾਰੀ ਜਿਹੜੀ ਆਪਣੀ ਡਿਸਕਸ਼ਨ ਆ ਇਸ ਨੁਕਤੇ ਦੀ। ਹਾਂਜੀ। ਪਰ ਮੈਨੂੰ ਲੱਗਦਾ ਵੀ ਇਹਦੇ ਉੱਤੇ ਆਪਾਂ ਨੂੰ ਇੱਕ ਆਪਣੇ ਆਪ ਦੇ ਵਿੱਚ ਪੂਰਾ ਪ੍ਰੋਗਰਾਮ ਕਰਨ ਦੀ ਲੋੜ ਆ। ਠੀਕ ਹੈ ਜੀ, ਫਿਰ ਇਹਦੇ ਤੇ ਆਪਾਂ ਇੱਕ ਜਿਹੜਾ ਪ੍ਰੋਗਰਾਮ ਉਹ ਗਾਹਾਂ ਕੰਟੀਨਿਊ ਕਰੋਗੇ ਹਾਲੇ ਦਾ ਨਹੀਂ। ਪਰ ਇਹਦੇ ਵਿੱਚ ਜਿਹੜਾ ਹੈਗਾ ਨਾ ਦੂਸਰਾ ਕੁਝ ਨੁਕਤੇ ਜਿਹੜੇ ਆ ਉਹ ਆਪਾਂ ਇੱਥੇ ਮੈਂਸ਼ਨ ਕਰ ਦਿੰਨੇ ਆ। ਹਾਂਜੀ। ਭਈ ਜਿਹੜਾ ਮੇਨ ਟੀਚਾ ਹੈ ਨਾ ਇਹ ਕਹਿਣੇ ਦਾ ਭਈ ਸਿੱਖ ਨਹੀਂ ਜੀ ਪੰਜਾਬੀ ਕਹੋ। ਹਾਂਜੀ। ਵੀ ਉਹਦੇ ਵਿੱਚ ਤੁਸੀਂ ਇਹ ਲੈ ਲਓ ਭਈ ਜਿਹੜੀਆਂ ਕੈਲੀਫੋਰਨੀਆ ਦੀਆਂ ਕਿਤਾਬਾਂ ਨੇ ਨਾ, ਕੈਲੀਫੋਰਨੀਆ ਟੈਕਸਟ ਬੁੱਕ ਬੋਰਡ ਆ ਹਾਂਜੀ ਉੱਥੇ ਬਣਿਆ ਹੋਇਆ। ਹਾਂਜੀ। ਉੱਥੇ 2006 ਦੇ ਵਿੱਚ ਨਾ ਜਿਹੜੇ ਆ ਹੈਗੇ RSS ਵਾਲੇ ਹਿੰਦੂ, ਹਾਂਜੀ, ਇਹਨਾਂ ਨੇ ਆਪਣਾ ਪੂਰਾ ਵਾਹ ਲਾਤਾ ਸੀਗਾ ਭਈ ਜਿਹੜੀਆਂ ਕਿਤਾਬਾਂ ਦੇ ਵਿੱਚ ਨਾ ਉੱਥੇ ਮੈਂਸ਼ਨ ਹੁੰਦਾ ਆ ਭਈ ਸਿੱਖ ਸ਼ਬਦ। ਹਾਂਜੀ। ਭਈ ਉਹ ਗਦਰੀਆਂ ਦੇ ਕੰਟੈਕਸਟ ਦੇ ਵਿੱਚ ਵੀ ਹੋ ਰਿਹਾ ਸੀ ਤੇ ਪਹਿਲੇ ਜਿਹੜੇ ਸਿੱਖ ਆਏ ਆ ਵੀ ਉਹਨਾਂ ਦੇ ਵਿੱਚ ਵੀ ਹੋ ਰਿਹਾ ਸੀ ਭਈ ਇਦਾਂ ਦੀ ਕੋਈ ਪਹਿਲਾ ਸਿੱਖ ਜਦੋਂ ਲੈਂਡ ਕੀਤਾ ਆ ਆਇਆ ਤੇ ਇਦਾਂ ਇੱਥੇ ਆ ਇਲਾਕੇ ਦੇ ਵਿੱਚ ਜਿਹੜੇ ਆ ਵੀ ਸਿੱਖ ਜਿਹੜੇ ਵੀ ਉਹ ਇਦਾਂ ਇੰਟਰ ਮੈਰਿਜ ਹੋ ਗਈਆਂ ਤੇ ਉਹ ਸਾਰਾ ਕੁਝ ਜਿਹੜਾ ਉਹ ਹਿਸਟਰੀ ਦਾ ਹਿੱਸਾ ਕੈਲੀਫੋਰਨੀਆ। ਹਾਂਜੀ। ਤੇ ਉਹਦੇ ਵਿੱਚ ਸਿੱਖ ਸ਼ਬਦ ਜਿਹੜਾ ਉਹ ਵਰਤਦੇ ਜੀ। ਇਹਨਾਂ ਨੇ ਜ਼ੋਰ ਇਹ ਲਾਤਾ ਵੀ ਇਹ ਭਈ ਸਿੱਖ ਨਾ ਵਰਤੋ, ਇੰਡੀਅਨ ਵਰਤੋ ਜੀ। ਤੇ ਜਿਹੜੀਆਂ ਕਿਤਾਬਾਂ ਉਹ ਚਲੋ ਆਪਣੇ ਜਿਹੜੇ ਸੀਗੇ ਸਿੱਖ ਕੋਲੀਸ਼ਨ ਵਾਲੇ ਤੇ ਹੋਰ ਜਿਹੜੀਆਂ ਆਪਣੀਆਂ ਕਹਿ ਲਓ ਵੀ ਸਿੱਖ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਉੱਥੇ ਹੈਗੀਆਂ ਉਹ ਚੁਕੰਨੇ ਸੀਗੇ, ਉਹਨਾਂ ਨੇ ਇਹ ਵੀ ਪੂਰਾ ਆਪਣਾ ਜਿਹੜਾ ਆ ਵੀ ਵਾਹ ਲਾ ਕੇ ਤੇ ਇਹਨਾਂ ਦੀ ਚੱਲਣ ਨਹੀਂ ਦਿੱਤੀ ਜੀ ਤੇ ਉਹ ਉਦਾਂ ਹੀ ਰਹਿ ਗਿਆ। ਅਗਲਿਆਂ ਨੇ ਇਹ ਨਹੀਂ ਦੇਖਿਆ ਵੀ ਇਹ ਵੀ ਠੀਕ ਆ ਵੀ ਹੁਣ ਅਸੀਂ ਹਾਰ ਗਏ ਆ ਵੀ ਇਹ ਛੱਡ ਦਈਏ। ਅਗਲਿਆਂ ਨੇ 10 ਸਾਲ ਬਾਅਦ ਫੇਰ ਦੁਬਾਰਾ ਉਹੀ ਨੁਕਤਾ ਚੱਕ ਲਿਆ ਭਈ ਨਹੀਂ ਜੀ ਵੀ ਇਦਾਂ ਨਹੀਂ, ਉਹਦਾ ਰੂਪ ਬਦਲਦਾ ਜੀ। ਔਰ ਉਹਦੇ ਵਿੱਚ ਐਤਕੀ ਉਹਨਾਂ ਨੇ ਜੋ ਕੀਤਾ ਵੀ ਉਹਦੇ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਇਹ ਸਫਲਤਾ ਜਿਹੜੀ ਆ ਵੀ ਜਿਹੜੇ ਹਿੰਦੂ ਕੱਟੜਵਾਦੀ ਆ ਵੀ ਉਹਨਾਂ ਨੂੰ ਕਿਸੇ ਹੱਦ ਤੱਕ ਮਿਲੀ ਵੀ ਆ। ਹਾਂਜੀ। ਹੁਣ ਜਦੋਂ ਤੁਸੀਂ ਇਹ ਲੈਂਦੇ ਆ ਨਾ ਵੀ ਇੱਧਰ ਵੀ ਜਿਹੜਾ ਹੈਗਾ ਆ ਵੀ ਜਿਹੜੀਆਂ ਸੈਂਟਰਲ ਇੰਡੀਅਨ ਐਸੋਸੀਏਸ਼ਨ ਆ ਜੀ, ਸੈਂਟਰਲ ਇੰਡੀਅਨ ਐਸੋਸੀਏਸ਼ਨ 1926 ਦੇ ਵਿੱਚ ਸਿੱਖਾਂ ਨੇ ਸ਼ੁਰੂ ਕੀਤੀ ਜੀ ਔਰ ਪੁੱਕੀ ਕੋਈ ਦੇ ਵਿੱਚੋਂ ਸ਼ੁਰੂ ਕੀਤੀ ਜੀ। ਵੀ ਪੁੱਕੀ ਕੋਈ ਦੇ ਵਿੱਚ ਕੇਸ ਹੋਇਆ ਸੀਗਾ ਵੀ ਜਿੱਥੇ ਵੀ ਉਹ ਫੁੱਟਪਾਥ ਦੇ ਉੱਤੇ ਆਪਣੇ ਬੰਦੇ ਜਾ ਰਹੇ ਸੀ ਤੇ ਕਿਸੇ ਗੋਰੇ ਨੇ ਉਹਨਾਂ ਨੂੰ ਧੱਕਾ ਮਾਰ ਕੇ ਇਹ ਲਾਤਾ, ਕਹਿੰਦਾ ਵੀ ਫੁੱਟਪਾਥ ਦੇ ਉੱਤੇ ਸਿਰਫ ਗੋਰੇ ਚੱਲ ਸਕਦੇ ਜੀ। ਤੇ ਉਹ ਕੇਸ ਹੋ ਗਿਆ, ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀਤਾ ਕੇਸ ਵੀ ਇਹ ਵੀ ਦੰਗਾ ਹੋ ਗਿਆ ਉਹਦੇ ਵਿੱਚ ਵੀ ਕੁੱਟਮਾਰ ਹੋ ਗਈ, ਗੋਰਾ ਵੀ ਕੁੱਟਿਆ ਗਿਆ ਤੇ ਇੱਧਰ ਸਿੱਖ ਜਿਹੜੇ ਸੀਗੇ ਵੀ ਆਪਸ ਦੇ ਵਿੱਚ ਮਤਲਬ ਚੰਗਾ ਹੋ ਗਿਆ। ਤੇ ਉਹ ਕੇਸ ਜਦੋਂ ਕੋਰਟ ਦੇ ਵਿੱਚ ਪਹੁੰਚਿਆ ਤੇ ਸਿੱਖਾਂ ਨੇ ਜਦੋਂ ਆਪਣਾ ਪੱਖ ਪੇਸ਼ ਕੀਤਾ ਤੇ ਭਾਈ ਭਈ ਆਹ ਜਿਹੜਾ ਆ ਵੀ ਇਸ ਗੱਲ ਤੋਂ ਸ਼ੁਰੂ ਹੋਈ ਆ ਲੜਾਈ ਤੇ ਜੱਜ ਨੇ ਸਿੱਖਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਵੀ ਕਿਸੇ ਦਾ ਕੋਈ ਰਾਈਟ ਨਹੀਂ ਹੈਗਾ ਇਹ ਕਹਿਣੇ ਦਾ ਵੀ ਫੁੱਟਪਾਥ ਦੇ ਉੱਤੇ ਆਹ ਬੰਦਾ ਤੁਰ ਸਕਦਾ ਤੇ ਆਹ ਨਹੀਂ ਤੁਰ ਸਕਦਾ ਜੀ। ਤੇ ਉਸ ਪੁਆਇੰਟ ਤੋਂ ਫਿਰ ਵੀ ਜਿਹੜੀ ਆ ਵੀ ਸਿੱਖ ਸੈਂਟਰਲ ਜਿਹੜੀ ਆਪਣੀ ਸੈਂਟਰਲ ਇੰਡੀਅਨ ਐਸੋਸੀਏਸ਼ਨ ਹੈ ਉਹ ਬਣਾਤੀ ਜੀ। ਜਦੋਂ ਤੱਕ ਮਤਲਬ ਉਦੋਂ ਤੱਕ ਇਹ ਸੀਗਾ ਵੀ ਪੰਜਾਬ ਆਪਣੇ ਆਪ ਦੇ ਵਿੱਚ ਆਪਣੀ ਆਇਡੈਂਟੀਟੀ ਰੱਖਦਾ ਸੀ। ਹਾਂਜੀ। ਤੇ ਖਾਸ ਤੌਰ ਤੇ ਜਦੋਂ ਆਪਾਂ ਫੀਜੀ ਦੀ ਗੱਲ ਕਰਦੇ ਹਾਂ ਵੀ ਉੱਥੇ ਪੰਜਾਬੀ ਦਾ ਮਤਲਬ ਸਿੱਖ ਹੁੰਦਾ ਹੈਗਾ ਜੀ ਤੇ ਇੰਡੀਅਨ ਦਾ ਮਤਲਬ ਹਿੰਦੂ ਸੀਗਾ, ਮੁਸਲਮਾਨ ਸੀ ਜੀ। ਤੇ ਉਸ ਹਿਸਾਬ ਦੇ ਨਾਲ ਵੀ ਜਦੋਂ ਆਪਾਂ ਕਰਦੇ ਹਾਂ ਤੇ ਇੱਥੇ ਜਿਹੜਾ ਉਹਨਾਂ ਨੇ ਇੰਡੀਅਨ ਸੈਂਟਰਲ ਐਸੋਸੀਏਸ਼ਨ ਬਣਾਈ ਵੀ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਅਜੀਬ ਜੀ ਗੱਲ ਹੀ। ਪਰ ਚਲੋ ਹੋਇਆ ਇਹ ਵੀ 47 ਤੱਕ ਜਾਂਦਿਆਂ ਜਦੋਂ 47 ਬਣਿਆ ਆ ਇੰਡੀਆ ਬਣ ਗਿਆ ਤੇ ਪਾਕਿਸਤਾਨ ਬਣ ਗਿਆ ਤੇ ਜਿਹੜੀ ਹਿੰਦੂ ਬਹੁਗਿਣਤੀ ਸੀ ਉਹਦਾ ਰਾਜ ਹੋ ਗਿਆ। ਹਾਂਜੀ। ਇੱਥੇ ਇਹ ਹੋਇਆ ਵੀ ਅਗਲਿਆਂ ਨੇ ਕੰਟਰੀ ਚੈਪਟਰ ਬਣਾਤਾ ਜੀ ਇੰਡੀਆ ਸੈਂਟਰਲ ਇੰਡੀਅਨ ਐਸੋਸੀਏਸ਼ਨ ਦਾ। ਕੰਟਰੀ ਚੈਪਟਰ ਜਿਹੜਾ ਆ ਉਹ ਸਾਰੇ ਸਿੱਖ ਨੇ ਜੇ ਬਾਕੀ ਜਿਹੜੀ ਆ ਸੰਸਥਾ ਉਹ ਸਾਰੀ ਹਿੰਦੂਆਂ ਦੇ ਕੋਲ ਚੱਲ ਗਈ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਅਗਲਿਆਂ ਨੇ ਉਦੋਂ ਤੋਂ ਹੀ ਇਹ ਭਾਂਪ ਲਿਆ ਸੀਗਾ ਭਈ ਇੰਡੀਅਨ ਦਾ ਮਤਲਬ ਆ ਭਈ ਸਾਰੇ ਹਿੰਦੂ ਜੀ। ਤੇ ਹਿੰਦੂਆਂ ਦੇ ਵਿੱਚ ਹੀ ਜਦੋਂ ਉਹਨਾਂ ਨੇ ਸਿੱਖਾਂ ਨੂੰ ਵੀ ਕਰ ਦਿੱਤਾ ਜੀ ਉਹਨਾਂ ਨੂੰ ਪ੍ਰੋਬਲਮ ਇਹ ਹੋ ਗਈ ਵੀ ਜੇ ਅਜੇ ਸਿੱਖਾਂ ਨੂੰ ਅੱਡ ਕਰਦੇ ਆ ਟ੍ਰੀਟ ਤੇ ਇਹਦਾ ਮਤਲਬ ਆ ਵੀ ਉਹ ਸਾਡੇ ਤੋਂ ਬਾਹਰ ਆ ਇੰਡੀਪੈਂਡੈਂਟ ਆਪਣੀ ਉਹਨਾਂ ਦੀ ਆਇਡੈਂਟੀਟੀ। ਔਰ ਉਹ ਚੀਜ਼ ਜਿਹੜੀ ਆ ਵੀ ਜਦੋਂ ਤੁਸੀਂ ਨਾ ਜੇ ਉਹਦਾ ਦੇਖਣਾ ਆ ਵੀ ਇਹਨਾਂ ਦੀ ਸਫਲਤਾ ਜਿਹੜੀ ਆ ਸਿੱਖ ਆਇਡੈਂਟੀਟੀ ਨੂੰ ਕਮਜ਼ੋਰ ਕਰਨੇ ਦੇ ਵਿੱਚ YouTube ਦੇ ਉੱਤੇ ਨਾ ਵੀ ਇੰਨੀਆਂ ਕੁ ਪੁਰਾਣੀਆਂ ਫਿਲਮਾਂ ਤੇ ਪੁਰਾਣੇ ਟੀਵੀ ਪ੍ਰੋਗਰਾਮ ਹੈਗੇ ਆ ਜੀ ਖਾਸ ਤੌਰ ਦੇ ਉੱਤੇ ਬਰਤਾਨੀਆ ਦੇ ਵਿੱਚੋਂ ਜੀ ਤੇ ਈਵਨ ਅਮਰੀਕਨ ਫਿਲਮਾਂ ਜਿਹੜੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਪ੍ਰੋਪਰ ਕਹਿ ਲਓ ਵੀ ਇਹ ਨਹੀਂ ਵੀ ਕੋਈ ਜਲੂਸ ਕੱਢਿਆ ਹੋਇਆ ਸਿੱਖ ਜਿਹੜਾ ਵੀ ਐਵੇਂ ਜਾਲੀ ਜਿਹਾ ਬਣਾ ਕੇ ਉਹਨਾਂ ਨੇ ਕੀਤਾ। ਪ੍ਰੋਪਰ ਸਿੱਖ ਜਿਹੜੇ ਆ ਵੀ ਜਦੋਂ ਉਹ ਦਿਖਾਉਂਦੇ ਆ ਵੀ ਕੋਈ ਪਾਰਟੀ ਹੋ ਰਹੀ ਆ ਕਿਤੇ ਜਾਂ ਯੂਨਾਈਟਿਡ ਨੇਸ਼ਨਸ ਦਾ ਕਿਤੇ ਆ ਰਿਹਾ ਜਾਂ ਕਿਤੇ ਕੋਈ ਵੀ ਮਤਲਬ ਉਹਨਾਂ ਨੇ ਦਿਖਾਉਣਾ ਨਾ ਈਵਨ 에ਅਰਪੋਰਟ ਦਾ ਸੀਨ ਆ ਕੋਈ ਉਹਦੇ ਵਿੱਚ ਤੁਹਾਨੂੰ ਆਮ ਹੀ ਸਿੱਖ ਜਿਹੜਾ ਉਹ ਦਿਖਦਾ। ਹੁਣ ਕੀ ਹੋ ਰਿਹਾ ਆ ਵੀ ਜਿੱਥੇ ਕਿਤੇ ਵੀ ਉਹਨਾਂ ਨੇ ਡਾਇਵਰਸਿਟੀ ਦਿਖਾਉਣੀ ਹੁੰਦੀ ਆ ਤੁਸੀਂ ਭਾਵੇਂ ਟੀਵੀ ਪ੍ਰੋਗਰਾਮ ਦੇਖ ਲਓ ਅੱਜ ਦੇ ਜਿਹੜੇ ਪੱਛਮ ਦੇ ਆ ਤੇ ਭਾਵੇਂ ਤੁਸੀਂ ਖਬਰਾਂ ਦੇਖ ਲਓ ਜਾਂ ਕੋਈ ਹੋਰ ਫਿਲਮਾਂ ਦੇ ਵਿੱਚ ਸੀਨ ਦੇਖ ਲਓ ਹਮੇਸ਼ਾ ਹੀ ਕੋਈ ਗੈਰ ਸਿੱਖ ਜਿਹੜਾ ਇੰਡੀਅਨ ਜਿਹੜਾ ਆ ਵੀ ਹਿੰਦੂ ਇਮੇਜ ਵਾਲਾ ਉਹਨੂੰ ਤੋਂ ਦਿਖਾਓਗੇ। ਬਿਗ ਬੈਂਗ ਥਿਊਰੀ ਆ ਉਹਦੇ ਵਿੱਚ ਹਿੰਦੂ ਕਰੈਕਟਰ ਆ ਹੋਰ ਜਿੱਥੇ ਕਿਤੇ ਵੀ ਇੰਡੀਅਨ ਕਰੈਕਟਰ ਆ ਉਹ ਹਿੰਦੂ ਹੋਊਗਾ ਜੀ।
ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਉਹਨਾਂ ਦੀ ਸਫਲਤਾ ਆ ਜੀ ਭਈ ਉਹਨਾਂ ਨੇ ਜਿੱਧਰ ਨੂੰ ਦੁਨੀਆ ਜਾ ਰਹੀ ਸੀ ਜੀ ਉਹ ਭਾਵੇਂ ਸਾਡਾ ਵੇਸਲਾ ਬਣਿਆ ਜਾਂ ਜਿੱਦਾਂ ਵੀ ਜਿਸ ਕਰਕੇ ਵੀ ਹੋਇਆ ਭਈ ਜਾਂ ਅਸੀਂ ਆਪ ਹੀ ਆਪਣੀ ਆਇਡੈਂਟੀਟੀ ਜਿਹੜੀ ਕਮਜ਼ੋਰ ਕਰ ਲਈ ਵੀ ਕੇਸ ਕਤਲ ਕਰਾਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਵਰਗੇ ਹੀ ਹੋ ਗਏ ਜੀ ਤੇ ਆਪਣੀ ਅਲੱਗ ਪਛਾਣ ਜਿਹੜੀ ਕਮਜ਼ੋਰ ਹੋਈ ਤੇ ਉਹਨਾਂ ਨੇ ਉਧਰ ਨੂੰ ਸਾਨੂੰ ਮਿਲਾਤਾ ਜੀ ਪਰ ਇਹ ਚੀਜ਼ ਆ ਵੀ 50ਵੇਂ ਤੱਕ 60ਵੇਂ ਤੱਕ ਈਵਨ 70ਵੇਂ ਤੱਕ ਜੀ ਭਈ ਸਿੱਖ ਜਿਹੜੇ ਆ ਕਿਰਦਾਰ ਆਮ ਪੱਛਮੀ ਟੀਵੀ ਪ੍ਰੋਗਰਾਮਾਂ ਦੇ ਵਿੱਚ ਪੱਛਮੀ ਫਿਲਮਾਂ ਦੇ ਵਿੱਚ ਦੇਖਦੇ ਸੀਗੇ ਜੀ ਹੁਣ ਤੁਹਾਨੂੰ ਲੱਭਣਾ ਪੈਂਦਾ ਉਹ ਇੱਕ ਵਾਰਿਸ ਆਲੂ ਵਾਲੀਆ ਜਦੋਂ ਕਿਤੇ ਦੇਖ ਜਾਂਦਾ ਤੇ ਅਸੀਂ ਕਹਿੰਦੇ ਲੈ ਬਈ ਸਿੱਖ ਬੰਦਾ ਵੀ ਇਹ ਹਾਲੀਵੁੱਡ ਦੀ ਫਿਲਮ 'ਚ ਆ ਗਿਆ ਜੀ ਤੇ ਉਹ ਹੈਰਾਨੀ ਮੈਨੂੰ ਉਦੋਂ ਹੀ ਵੀ ਜਦੋਂ ਮੈਂ ਦੇਖਿਆ ਵੀ ਪੁਰਾਣੀਆਂ ਜਿਹੜੀਆਂ YouTube ਤੇ ਫਿਲਮਾਂ ਪਈਆਂ ਹੋਈਆਂ ਹਾਂਜੀ ਤੇ ਉਹਨਾਂ ਦੇ ਵਿੱਚ ਅਕਸਰ ਹੀ ਸਿੱਖ ਦੇਖਦੇ ਸੋ ਉਹ ਜਿਹੜਾ ਇਹ ਸਾਰਾ ਪੈਟਰਨ ਆ ਨਾ ਅਗਲੇ ਸਾਡੀ ਆਇਡੈਂਟੀਟੀ ਜਿਹੜੀ ਆ ਉਹ ਬਿਲਕੁਲ ਖਤਮ ਕਰਨ ਵੱਲ ਨੂੰ ਜਾ ਰਹੇ ਆ ਔਰ ਜਦੋਂ ਉਹ ਕਹਿੰਦਾ ਹੈ ਨਾ ਵੀ ਮੈਂ ਤੇ ਇਹਨੂੰ ਵੱਡੀ ਕਰਨਾ ਚਾਹੁੰਦਾ ਵੀ ਸਿੱਖ ਦੀ ਬਜਾਏ ਪੰਜਾਬੀ ਕਹੀਏ ਆਪਾਂ ਹਾਂਜੀ ਕਹਿ ਪੋਜ਼ਿਟਿਵ ਦੇ ਵਿੱਚ ਰਿਹਾ ਆ ਮੈਂ ਤੁਹਾਨੂੰ ਸਲਾਹ ਬਹੁਤ ਭਲੇ ਦੀ ਦੇ ਰਿਹਾ ਪਰ ਟੀਚਾ ਉਹਦਾ ਉਹ ਆ ਵੀ ਜਿਹੜਾ ਤੁਹਾਡੀਆਂ ਜੜ੍ਹਾਂ 'ਚ ਪੂਰਾ ਤੇਲ ਦੇ ਕੇ ਤੁਹਾਡੀ ਆਇਡੈਂਟੀਟੀ ਜਿਹੜੀ ਆ ਉਹ ਪੂਰੀ ਖਤਮ ਕਰਨੀ ਆ ਹਾਂਜੀ ਬਿਲਕੁਲ ਜੀ ਆਪਾਂ ਹੁਣ ਅੱਜ ਦਾ ਮੈਨੂੰ ਦੀ ਕਾਫੀ ਲੰਬਾ ਆਪਣਾ ਹੋ ਗਿਆ ਇਹਨੂੰ ਆਪਾਂ ਅਖੀਰ ਦੇ ਵਿੱਚ ਸਮਰਾਈਜ਼ ਕਰੀਏ ਵੀ ਦੇਖੋ ਭਾਈ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਠੀਕ ਹੈ ਗੱਲ ਹਰੇਕ ਨੂੰ ਆਪਣੀ ਆਜ਼ਾਦੀ ਹੈ ਕਿ ਕਿਸੇ ਧਰਮ ਨੂੰ ਕੋਈ ਮੰਨੇ ਠੀਕ ਹੈ ਗੱਲ ਸਾਡਾ ਜਿਹੜਾ ਦੁਖਾਂਤ ਹੈ 47 ਤੋਂ ਬਾਅਦ ਠੀਕ ਹੈ ਜਾਂ ਉਸ ਤੋਂ ਵੀ ਪਹਿਲਾਂ ਦਾ ਉਹ ਇਹ ਹੈ ਕਿ ਜਿਹੜੀ ਹਿੰਦੂ ਬਹੁ ਗਿਣਤੀ ਆ ਉਹ ਸਾਨੂੰ ਜਿਹੜਾ ਉਹ ਸਾਡੀ ਆਇਡੈਂਟੀਟੀ ਨੂੰ ਡਿਲੂਟ ਕਰਕੇ ਸਾਨੂੰ ਉਹ ਹਿੰਦੂ ਜਿਹੜਾ ਵੱਡਾ ਸਾਗਰ ਆ ਉਹਦੇ ਵਿੱਚ ਸਮਾਉਣਾ ਚਾਹੁੰਦੀ ਹੈ ਇਹੀ ਸਾਡੀ ਮੇਨ ਮੁੱਢਲੀ ਜੀ ਲੜਾਈ ਸਾਡੀ ਸ਼ੁਰੂ ਹੋਈ ਹੈ ਵੀ ਸਾਨੂੰ ਉਹ ਹਰੇਕ ਜਗ੍ਹਾ ਦੇ ਉੱਤੇ ਮਿਸ ਜਿਹੜਾ ਉਹ ਰਿਪਰੈਜ਼ੈਂਟ ਕਰਦੇ ਆ ਉਹ ਭਾਰਤ ਦੇ ਵਿੱਚ ਸੀਗਾ ਸਾਡਾ ਉੱਥੇ ਸਾਡੀਆਂ ਬੜੀਆਂ ਐਜੀਟੇਸ਼ਨਾਂ ਹੋਈਆਂ ਫਿਰ ਉਹਦੇ ਨਾਲ ਉਹ ਪੰਜਾਬੀ ਸੂਬਾ ਤੇ ਹੋਰ ਉਹ ਸਾਰਾ ਕੁਝ ਘੁੰਮਦਾ ਸਿੱਖਾਂ ਦੇ ਆਲੇ ਦੁਆਲੇ ਸੀ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਹਰੇਕ ਜਗ੍ਹਾ ਦੇ ਉੱਤੇ ਸਾਨੂੰ ਛੁਟਿਆ ਕੇ ਸਾਡੀ ਜਿਹੜੀ ਆਇਡੈਂਟੀਟੀ ਆ ਉਹਨੂੰ ਸਾਡੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਚਾਹੇ ਉਹ RSS ਹੈ ਚਾਹੇ ਉਹ ਭਾਰਤੀ ਜਿਹੜਾ ਰਾਸ਼ਟਰਵਾਦ ਹੈ ਤੇ ਉਹਦੇ ਵਿੱਚ ਜਦੋਂ ਵੀ ਕਿਤੇ ਸਿੱਖਾਂ ਨੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੀ ਆ ਫਿਰ ਸਾਨੂੰ ਵੱਖਵਾਦੀ ਠੀਕ ਹੈ ਸਾਨੂੰ ਕੱਟੜਵਾਦੀ ਕਹਿ ਕੇ ਉਹ ਇਲਜ਼ਾਮ ਸਾਡੇ ਦੁਸ਼ਮਣ ਨੇ ਸਾਡੇ ਤੇ ਲਾਏ ਆ ਪਰ ਹੁਣ ਉਹਦੇ ਵੀ ਉਹ ਜਿਹੜਾ ਪਸਾਰਾ ਉਹ ਬਾਹਰਲੇ ਕੰਟਰੀਜ਼ ਤੱਕ ਵੀ ਜਦੋਂ ਆ ਗਿਆ ਤੇ ਹੁਣ ਅਸੀਂ ਨਿਮਾਣੇ ਵਾਲੇ ਪਾਸੇ ਨੂੰ ਜਾ ਰਹੇ ਹਾਂ ਤੁਸੀਂ ਦੱਸਦੇ ਰਹੇ ਤੇ ਉਹਨਾਂ ਦੀ ਜਿਹੜੀ ਉਹ ਸਫਲਤਾ ਜਿਵੇਂ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਐਕਸਪਲੇਨ ਕੀਤਾ ਹੁਣ ਇੱਥੇ ਭਾਈ ਅਸੀਂ ਕਹਿੰਦੇ ਵੀ ਜਿਹੜੇ ਬੰਦੇ ਸਾਡੇ ਨਵੀਂ ਪਨੀਰੀ ਦੇ ਠੀਕ ਹੈ ਗੱਲ ਬਿਨਾਂ ਕਿਸੇ ਦੀ ਡੂੰਘਾਈ ਤੋਂ ਜਾਂਚ ਦੇ ਬਿਨਾਂ ਇਹਨਾਂ ਦੇ ਹੱਥੇ ਚੜ੍ਹ ਕੇ ਇਹਨਾਂ ਦੇ ਮਾਧਿਅਮ ਦੇ ਰਾਹੀਂ ਜਾਂ ਇਹਨਾਂ ਦੇ ਸਟੇਸ਼ਨਾਂ ਦੇ ਰਾਹੀਂ ਤੁਸੀਂ ਜਾ ਕੇ ਜਿਹੜਾ ਵੀ ਕੰਮ ਕਰ ਰਹੇ ਆ ਉਹਦੀ ਤੁਸੀਂ ਜ਼ਰੂਰ ਡੂੰਘਾਈ ਦੇ ਨਾਲ ਉਹਨੂੰ ਵਾਚੋ ਇਹਨਾਂ ਦੇ ਧੱਕੇ ਚੜ੍ਹਦੇ ਵਜੋਂ ਇਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਜਿਹੜੇ ਇਦਾਂ ਕਰਦੇ ਆ ਗੱਲ ਸਿਰਫ ਅਸੀਂ ਉਹਨਾਂ ਦੀ ਕਰਦੇ ਆ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਜਿਹੜੇ ਇਦਾਂ ਕਰਦੇ ਆ ਉਹ ਕਿਤੇ ਨਾ ਕਿਤੇ ਜਾ ਕੇ ਭਾਰਤੀ ਰਾਸ਼ਟਰਵਾਦੀ ਜਿਹੜਾ ਉਹ ਹੈ ਉਹਦੀਆਂ ਜੁੱਤੀਆਂ ਝਾੜ ਰਹੇ ਆ ਵਿਦੇਸ਼ਾਂ 'ਚ ਬੈਠ ਕੇ ਵੀ ਬਿਲਕੁਲ ਔਰ ਇਹਦੇ ਵਿੱਚ ਇੱਕ ਗੱਲ ਹੋਰ ਵੀ ਕਲੀਅਰ ਕਰ ਦਈਏ ਹਾਂਜੀ ਭਈ ਜਿਹੜਾ ਬੰਦਾ ਇਹ ਕਹਿੰਦਾ ਆ ਵੀ ਮੇਰੀ ਮੁੱਢਲੀ ਵਫਾਦਾਰੀ ਭਾਰਤ ਨਾਲ ਆ ਜੀ ਜਾਂ ਭਾਰਤ ਰਾਸ਼ਟਰਵਾਦ ਦੇ ਨਾਲ ਆ ਜਿੱਦਾਂ ਮਰਜ਼ੀ ਉਹਨੂੰ ਵੇਖੇ ਹਾਂਜੀ ਵੀ ਮੈਂ ਸਿੱਖਾਂ ਦੇ ਨਾਲ ਆਪਣੀ ਮੁੱਢਲੀ ਵਫਾਦਾਰੀ ਨਹੀਂ ਰੱਖਦਾ ਹਾਂਜੀ ਉਹ ਭਾਵੇਂ ਕਾਮਰੇਡ ਆ ਭਾਵੇਂ ਨਾਮ ਦੇ ਮਗਰ ਸਿੱਖ ਲਾਉਂਦਾ ਆ ਭਾਵੇਂ ਸਿੰਘ ਲਾਉਂਦਾ ਨਹੀਂ ਲਾਉਂਦਾ ਭਾਵੇਂ ਪੱਗ ਬੰਨਦਾ ਨਹੀਂ ਬੰਨਦਾ ਜੀ ਉਹਦੀ ਆਪਣੀ ਆਜ਼ਾਦੀ ਆ ਉਹਦੀ ਠੀਕ ਹੈ ਪਰ ਉਹ ਆਪਣੀ ਜਿਹੜੀ ਆਜ਼ਾਦੀ ਆ ਉਹਨੂੰ ਦੂਜਿਆਂ ਦੀ ਜਿਹੜੀ ਆਜ਼ਾਦੀ ਆ ਵੀ ਉਹਨੂੰ ਖੋਰਨ ਦੇ ਵਿੱਚ ਨਾ ਲਾਵੇ ਇਹੀ ਇਤਰਾਜ਼ ਆ ਸਾਡਾ ਇਤਰਾਜ਼ ਇਹੀ ਆ ਵੀ ਜੇ ਮੇਰੀ ਜਿਹੜੀ ਮੁੱਢਲੀ ਵਫਾਦਾਰੀ ਉਹ ਸਿੱਖੀ ਦੇ ਨਾਲ ਆ ਸਿੱਖ ਕੌਮ ਦੇ ਨਾਲ ਆ ਗੁਰੂ ਦੇ ਨਾਲ ਆ ਤੇ ਭਾਈ ਤੈਨੂੰ ਕਾਹਦਾ ਇਤਰਾਜ਼ ਆ ਤੇਰੀ ਮੁੱਢਲੀ ਵਫਾਦਾਰੀ ਜੇ ਭਾਰਤ ਦੇ ਨਾਲ ਆ ਭਾਰਤੀ ਰਾਸ਼ਟਰਵਾਦ ਦੇ ਨਾਲ ਆ ਵੀ ਤੂੰ ਕਰੀ ਚੱਲ ਸੋ ਉੱਥੋਂ ਜਾਂ ਤੇ ਤੂੰ ਸਿੱਧਾ ਇਹ ਕਹਿ ਵੀ ਭਾਰਤੀ ਰਾਸ਼ਟਰਵਾਦ ਦੀ ਵਫਾਦਾਰੀ ਦੇ ਵਿੱਚੋਂ ਮੇਰਾ ਇੱਕ ਜਿਹੜਾ ਟੀਚਾ ਆ ਵੀ ਉਹ ਮੈਨੂੰ ਇਹ ਦਿੱਤਾ ਗਿਆ ਵੀ ਤੂੰ ਸਿੱਖਾਂ ਦੀ ਜਿਹੜੀ ਸ਼ਨਾਖਤ ਆ ਉਹ ਖਤਮ ਕਰਨੀ ਹੈ ਹਾਂਜੀ ਵੀ ਕਹਿ ਸਿੱਧਾ ਕਹਿ ਵੀ ਤਾਂ ਕਿ ਵੀ ਅਸੀਂ ਵੀ ਤੈਨੂੰ ਆਪਣੇ ਦੁਸ਼ਮਣ ਵਾਂਗ ਵੇਖੀਏ ਫਿਰ ਬਿਲਕੁਲ ਵੀ ਭਾਈ ਵੀ ਆਹ ਲਓ ਵੀ ਆ ਭਾਰਤੀ ਰਾਸ਼ਟਰਵਾਦ ਵਾਲੇ ਜਿਹੜੇ ਵੀ ਉਹ ਆ ਕਹਿ ਰਹੇ ਆ ਹਾਂਜੀ ਸੋ ਇਸ ਕਰਕੇ ਵੀ ਇਹਨਾਂ ਦੇ ਨਾਲ ਸਾਡਾ ਇਸ ਚੀਜ਼ ਦੇ ਉੱਤੇ ਟਾਕਰਾ ਹੈ ਬਿਲਕੁਲ ਵੀ ਤੁਸੀਂ ਸਾਡੇ ਅੰਦਰ ਸਾਡੇ ਬਣ ਕੇ ਸਾਡੇ ਰਿਸੋਰਸ ਯੂਜ਼ ਕਰਕੇ ਸਾਡੇ ਪਲੇਟਫਾਰਮ ਵਰਤ ਕੇ ਸਾਡੀਆਂ ਜਿਹੜਾ ਤੁਸੀਂ ਤੇਲ ਦਿੰਦੇ ਆ ਔਰ ਤੇਲ ਤੁਸੀਂ ਉਸ ਹਿਸਾਬ ਨਾਲ ਦਿੰਦੇ ਆ ਵੀ ਅਸੀਂ ਤੁਹਾਡਾ ਭਲਾ ਕਰ ਰਹੇ ਹਾਂ ਹਾਂਜੀ ਬਿਲਕੁਲ ਜੇ ਤੁਸੀਂ ਦੇਖੋਗਾ ਤੁਸੀਂ ਪੰਨੂ ਦਾ ਜ਼ਿਕਰ ਕਰੇ ਦਿੱਤਾ ਸੀਗਾ ਤੇ ਹੁਣ ਉਹ ਪੰਨੂ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਸੁਣਾ ਜਾਂਦਾ ਠੀਕ ਹੈ ਗੱਲ ਹੁਣ ਜਿਹੜੀ ਉਹਦੀ ਪਹਿਲੀ ਕਾਰਜਕਾਰੀ ਹੈ ਜਿੰਨੀ ਦੇਰ ਤੱਕ ਅਸੀਂ ਉਹਦੇ ਬਾਰੇ ਸਪਸ਼ਟ ਨਹੀਂ ਹੁੰਦੇ ਤਾਂ ਅਸੀਂ ਕਿੱਦਾਂ ਮੰਨ ਲਈਏ ਕਿ ਉਹ ਸਾਡਾ ਚੇਤਾ ਬਣ ਗਿਆ ਨਹੀਂ ਹੈ ਵੀ ਨਹੀਂ ਉਹ ਠੀਕ ਹੈ ਜੀ ਬਿਲਕੁਲ ਹੁਣ ਜਿਹੜੇ ਬੰਦੇ ਉਹਦੇ ਤੋਂ ਸਿੱਖ ਕੇ ਆਏ ਆ ਹਨਾ ਫਿਰ ਸਾਰਾ ਕੁਝ ਜਿਹੜਾ ਉਹ ਜਾ ਕੇ ਜੁੜਦਾ ਉੱਥੇ ਹੀ ਆ ਫਿਰ ਉਹ ਇਹ ਪੱਖ ਕਿਉਂ ਨਹੀਂ ਉਜਾਗਰ ਕਰਦੇ ਉਹ ਹਮੇਸ਼ਾ ਗੱਲ ਜਿਵੇਂ ਤੁਸੀਂ ਉਹ ਕਰੀਏ ਉਹਨਾਂ ਦਾ ਸਾਰਾ ਜ਼ੋਰ ਉਹ ਸਾਡੀ ਜਿਹੜੀ ਆਇਡੈਂਟੀਟੀ ਉਹਨੂੰ ਡਿਲੂਟ ਕਰਨ ਦੇ ਉੱਤੇ ਲੱਗਿਆ ਹੋਇਆ ਬਿਲਕੁਲ ਹੁਣ ਜਿਹੜੇ ਇਹ ਵੀ ਕਹਿੰਦੇ ਆ ਵੀ ਆ ਇੱਕ ਦਾ ਮੈਂ ਦੇਖਦਾ ਪਿਆ ਸੀ ਕਿਸੇ ਨੇ ਸਕਰੀਨਸ਼ਾਟ ਭੇਜਿਆ ਵੀ ਉਹ ਹੈ ਤੇ ਮਤਲਬ ਕਹ ਲਓ ਵੀ ਜਾਣਦੇ ਹੀ ਆ ਸਾਰੇ ਵੀ ਬੇਈਮਾਨ ਬੰਦੇ ਨੇ ਇਹ ਹਾਂਜੀ ਭਈ ਉਹ ਲਿਖ ਰਿਹਾ ਭਈ ਅਖੇ ਜੀ ਭਈ ਜੇ ਕਿਤੇ ਨਾ ਵੀ ਅਸੀਂ ਆਪਣੀ ਕੌਮ ਦੀ ਜਿਹੜੀ ਸ਼ਨਾਖਤ ਆ ਧਰਮ ਦੀ ਬਜਾਏ ਹਾਂਜੀ ਭਈ ਜੇ ਅਸੀਂ ਪੰਜਾਬੀ ਵਜੋਂ ਕੀਤੀ ਹੁੰਦੀ ਸਿੱਖ ਕੌਮ ਦੀ ਬਜਾਏ ਪੰਜਾਬੀ ਕੌਮ ਕੀਤਾ ਹੁੰਦਾ ਤਾਂ 47 ਨਹੀਂ ਵਾਪਰਨਾ
ਸੋ ਮਤਲਬ ਵੀ ਜਦੋਂ ਇਦਾਂ ਦੀਆਂ ਜਿਹੜੀਆਂ ਸਿਰੇ ਦੀਆਂ ਬੇਈਮਾਨ ਸਟੇਟਮੈਂਟਾਂ ਔਰ ਗਲਤ ਸਟੇਟਮੈਂਟਾਂ ਜਿਹੜੀਆਂ ਉਹ ਇਦਾਂ ਪੇਸ਼ ਕਰ ਦਿੱਤੀਆਂ ਜਾਂਦੀਆਂ ਵੀ ਜਿੱਦਾਂ ਇਹੀ ਸੱਚਾਈ ਆ। ਇਹੀ ਸੱਚਾਈ। ਤੇ ਜਿਹੜੇ ਸਾਡੇ ਕਹਿ ਲਓ ਵੀ ਬਹੁਤੇ ਨਹੀਂ ਇਸ ਵਿਸ਼ਿਆਂ ਦੇ ਉਹਨਾਂ ਨੇ ਪੜ੍ਹੇ ਹੋਏ ਆ, ਵੀ ਤਬਸਰੇ ਨਹੀਂ ਪੜ੍ਹੇ ਹੋਏ ਜਾਂ ਈਵਨ ਤੱਥ ਵੀ ਨਹੀਂ ਜਾਣਦੇ, ਉਹ ਇਹਦੇ ਉੱਤੇ ਉਦਾਂ ਹੀ ਯਕੀਨ ਕਰ ਲੈਂਦੇ ਆ। ਤੇ ਉਹ ਚੀਜ਼ਾਂ ਜਿਹੜੀਆਂ ਉਹ ਸਾਡੀਆਂ ਜੜ੍ਹਾਂ ਦੇ ਵਿੱਚ ਤੇਲ ਦੇਣੇ ਦਾ ਹੀ ਕੰਮ ਕਰਦੀਆਂ ਪਈਆਂ। ਹਾਂਜੀ ਹੁਣ ਮਤਲਬ ਤੁਸੀਂ ਆਪ ਸੋਚ ਕੇ ਵੇਖੋ। ਹਾਂਜੀ। ਭਈ ਬੰਦਾ ਕੋਈ ਕਵੇ ਭਈ ਅਖੇ ਵੀ ਭਾਈ ਭਈ ਤੂੰ ਆਪਣੇ ਪਰਿਵਾਰ ਦਾ ਛੱਡ, ਭਈ ਤੂੰ ਸਿਰਫ ਤੈਨੂੰ ਕੌਮ ਦਾ ਹੀ ਸੋਚਣਾ ਪੈਣਾ ਵੀ ਹੁਣ ਪਰਿਵਾਰ ਦੇ ਵਿੱਚ ਰਹਿੰਦੇ ਆ, ਪਰਿਵਾਰ ਦਾ ਕਰਦਿਆਂ ਹੋਇਆਂ ਵੀ ਤੁਸੀਂ ਕੌਮ ਦਾ ਕਰਦੇ ਆ ਜੀ, ਕੌਮ ਦਾ ਕਰਦਿਆਂ ਹੋਇਆਂ ਵੀ ਤੁਸੀਂ ਮੁਲਕ ਦਾ ਕਰ ਲੈਂਦੇ। ਬਿਲਕੁਲ। ਇਹ ਕਦੋਂ ਤੋਂ ਹੋ ਗਿਆ ਭਈ ਅਖੇ ਭਈ ਹਾਂ ਇਹ ਜ਼ਰੂਰ ਆ ਵੀ ਤੁਹਾਨੂੰ ਇਹ ਦੇਖਣਾ ਪੈਂਦਾ ਆ ਭਈ ਜਿਹੜੀ ਤੁਹਾਡੀ ਵਫਾਦਾਰੀ ਆ ਉਹ ਕਿਹਦੇ ਨਾਲ ਜੀ। ਉਹ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਧਾ ਹੀ ਕਿਹਾ ਆ ਵੀ ਸਿਧਾਂਤ ਦੇ ਨਾਲ, ਸੱਚ ਦੇ ਨਾਲ ਤੇ ਵਾਹਿਗੁਰੂ ਦੇ ਨਾਲ ਜੀ। ਉੱਥੇ ਜੇ ਪਰਿਵਾਰ ਵੀ ਵਾਰਨਾ ਪੈ ਜਾਂਦਾ ਆ, ਵੀ ਸੰਕਟ ਜਿੰਨੇ ਪਾਓ ਉਹ ਵੀ ਚੱਲਣੇ ਪੈਂਦੇ ਆ, ਸਭ ਕੁਝ ਚੱਲਣਾ ਪੈਂਦਾ ਜੀ। ਪਰ ਗੱਲ ਇੱਥੇ ਆ ਜਾਂਦੀ ਆ ਵੀ ਤੁਹਾਡੀ ਜਿਹੜੀ ਕਲੀਅਰ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਭਈ ਵਫਾਦਾਰੀ ਤੁਹਾਡੀ ਕਿਹਦੇ ਨਾਲ ਹੈ ਜੀ। ਹੁਣ ਜੇ ਬੰਦਾ ਤੁਹਾਨੂੰ ਕੋਈ ਇਹ ਕਹੇ ਭਈ ਪਰਿਵਾਰ ਦਾ ਤੂੰ ਨੁਕਸਾਨ ਕਰ ਤੇ ਤਾਂ ਕੌਮ ਦਾ ਭਲਾ ਹੋਣਾ ਜੀ, ਤੇ ਉਹ ਬੰਦੇ ਦੇ ਉੱਤੇ ਤੁਸੀਂ ਸ਼ੱਕ ਕਰੋ। ਹਾਂਜੀ। ਪਰ ਜੇ ਕਿਤੇ ਤੁਹਾਨੂੰ ਇਹ ਚੋਇਸ ਹੈਗੀ ਆ ਭਈ ਪਰਿਵਾਰ ਨੂੰ ਮੈਂ ਬਚਾ ਲਵਾਂ, ਕੌਮ ਦਾ ਨੁਕਸਾਨ ਹੁੰਦਾ ਹੋਈ ਚੱਲੇ, ਤੇ ਜੇ ਤੁਸੀਂ ਉਹ ਫੈਸਲਾ ਲੈ ਲੈਂਦੇ ਆ ਫਿਰ ਤੁਸੀਂ ਕੌਮ ਦੇ ਨਾਲ ਵਫਾਦਾਰੀ ਤੁਹਾਡੀ ਹੈ ਨਹੀਂ ਕੋਈ ਜੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਆਪਣੇ ਆਪ ਦੇ ਵਿੱਚ ਇੱਕ ਪੂਰੀ ਹਾਇਰਾਰਕੀ ਆ ਜੀ। ਭਈ ਇਹ ਨਹੀਂ ਤੁਹਾਡੇ ਕੋਲੇ ਚੋਇਸ ਹੋ ਸਕਦੀ ਭਈ ਤੁਸੀਂ ਇਹਦਾ ਨੁਕਸਾਨ ਕਰੋਗੇ ਤੇ ਤਾਂ ਤੁਸੀਂ ਉਹਦਾ ਫਾਇਦਾ ਕਰ ਸਕਦੇ ਆ। ਜਿੱਦਾਂ ਹੁਣ ਪੰਜਾਬ ਦਾ ਨੁਕਸਾਨ ਕਰ ਕਰਕੇ ਭਾਰਤ ਦਾ ਫਾਇਦਾ ਕਰ ਰਹੇ ਜੀ, ਭਈ ਜਦ ਕਿ ਪੰਜਾਬ ਕੀ ਗੱਲ ਭਾਰਤ ਦਾ ਹਿੱਸਾ ਹੈ ਨਹੀਂ। ਬਿਲਕੁਲ। ਭਈ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਨਾ ਵੀ ਉਹਦੇ ਵਿੱਚ ਤੁਹਾਨੂੰ ਇਹ ਦੇਖਣਾ ਪੈਣਾ ਆ ਵੀ ਮੇਰੇ ਤੋਂ ਪੰਜਾਬ ਦਾ ਨੁਕਸਾਨ ਕਿਉਂ ਕਰਵਾਇਆ ਜਾ ਰਿਹਾ ਜੀ, ਮੇਰੇ ਤੋਂ ਸਿੱਖਾਂ ਦਾ ਨੁਕਸਾਨ ਕਿਉਂ ਕਰਵਾਇਆ ਜਾ ਰਿਹਾ ਭਈ ਇਹਦੇ ਨਾਲ ਵੀ ਭਾਰਤ ਜਿਹੜੀ ਆਇਡੈਂਟੀਟੀ ਆ ਉਹ ਕਿੱਦਾਂ ਸਟਰੋਂਗ ਹੁੰਦੀ ਹੈ ਜਾਂ ਪੰਜਾਬ ਦੇ ਨੁਕਸਾਨ ਹੋਣ ਨਾਲ ਭਾਰਤ ਕਿੱਦਾਂ ਸਟਰੋਂਗ ਹੁੰਦਾ ਜੀ। ਬਿਲਕੁਲ। ਸੋ ਉਹ ਚੀਜ਼ਾਂ ਕਮ ਸੇ ਕਮ ਵਿਚਾਰੋ ਤੇ ਸਹੀ। ਹਾਂਜੀ, ਬਿਲਕੁਲ। ਭਾਵੇਂ ਅਲਟੀਮੇਟਲੀ ਨਤੀਜਾ ਜਿਹੜਾ ਆ ਵੀ ਉਹਦੇ ਤੁਸੀਂ ਇਹੀ ਪਹੁੰਚ ਜਾਓ ਹਾਂਜੀ ਭਈ ਭਾਵੇਂ ਜਿਹੜੇ ਮਰਜ਼ੀ ਕਾਰਨ ਹੋਣ ਵੀ ਹਾਂਜੀ ਠੀਕ ਆ ਜੀ ਪੰਜਾਬ ਦਾ ਨੁਕਸਾਨ ਕਰਕੇ ਤੇ ਭਾਰਤ ਨੂੰ ਹੀ ਸਟਰੋਂਗ ਕਰਨਾ ਹੋ, ਜਿੱਦਾਂ ਹਿੰਦੂ ਵੀਰ ਜਿਹੜੇ ਆ ਵੀ ਉਹ ਅਕਸਰ ਹੀ ਕਰ ਦਿੰਦੇ ਆ। ਉਹ ਅੱਡ ਗੱਲ ਆ, ਪਰ ਵਿਚਾਰੋ ਤਾਂ ਸਹੀ। ਵਿਚਾਰੋ ਤਾਂ ਸਹੀ, ਬਿਲਕੁਲ। ਫਿਰ ਦੂਜੀ ਲਾਸਟ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਜਿਹੜਾ ਆਵਾਮ ਆ ਉਹਨੂੰ ਕਹਿੰਦੇ ਭਾਈ ਤੁਸੀਂ ਜ਼ਰੂਰ ਆਪਣੀਆਂ ਜਿਹੜੀਆਂ ਚੁਕੰਨੇ ਹੋ ਕੇ ਹਰੇਕ ਚੀਜ਼ ਨੂੰ ਤੁਸੀਂ ਐਨ ਵਧੀਆ ਤਰੀਕੇ ਦੇ ਨਾਲ ਵਾਚੋ ਤੇ ਉਹਨੂੰ ਤੁਸੀਂ ਡਬਲ ਚੈੱਕ ਕਰੋ। ਤੇ ਇਹਦਾ ਤਰੀਕਾ ਇਹੀ ਹੈ ਕਿ ਜਿੰਨੀ ਦੇਰ ਤੱਕ ਅਸੀਂ, ਠੀਕ ਹੈ ਗੱਲ, ਇਹਨਾਂ ਦੇ ਉੱਤੇ ਨਿਰਭਰ ਪੂਰੀ ਤਰ੍ਹਾਂ ਦੇ ਨਾਲ ਹੋ ਕੇ ਤੁਸੀਂ ਆਪ ਸੁਚੇਤ ਹੋਵੋ ਤਾਂ ਅਸੀਂ ਇਹਨਾਂ ਨੂੰ ਠੱਲ ਪਾ ਸਕਦੇ। ਦੂਜਾ ਬਾਕੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਤੁਸੀਂ ਵੀ ਜਿਹੜੀ ਆਪਣੀ ਸੋਚ ਆ ਉਹਨੂੰ ਆਜ਼ਾਦ ਕਰੋ। ਜਦੋਂ ਤੁਸੀਂ ਬਾਹਰਲੇ ਖਾਸ ਕਰਕੇ ਜਿਹੜੇ ਬਾਹਰਲੇ ਕੰਟਰੀ 'ਚ ਬੈਠੇ ਆ ਤੇ ਮੀਡੀਆ ਦੇ ਨਾਲ ਜੁੜੇ ਹੋਏ ਆ, ਚਾਹੇ ਉਹ ਇੰਡੀਵਿਜੂਅਲ ਤੌਰ ਤੇ ਆ ਚਾਹੇ ਉਹ ਸੰਸਥਾਗਤ ਤੌਰ ਤੇ ਆ, ਠੀਕ ਹੈ ਵੀ ਭਾਈ ਤੁਸੀਂ ਘੱਟੋ ਘੱਟ ਜਿਹੜਾ ਪੱਤਰਕਾਰ ਧਰਮ ਆ ਤੁਸੀਂ ਉਹੀ ਅਪਣਾ ਲਓ। ਜਿਹੜੀ ਸੱਚ ਦੀ ਆਵਾਜ਼ ਆ ਉਹਨੂੰ ਤੁਸੀਂ ਬੁਲੰਦ ਕਰਨਾ ਸਿੱਖ ਲਓ। ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਹਰੇਕ ਕੰਟਰੀ ਦੇ ਵਿੱਚ ਆਪਾਂ ਗਾਹੇ ਬਗਾਏ ਆਪਾਂ ਨੂੰ ਲੱਭ ਜਾਂਦੇ ਆ ਜਦੋਂ ਉੱਥੇ ਪੈਂਦਾ ਵੀ ਇਹ ਭਾਰਤੀ ਉਹਦਾ ਏਜੰਟ ਹੈ ਤੇ ਉਹਦਾ ਏਜੰਟ ਮੀਡੀਆ ਵਾਲਾ ਬੈਠਾ ਤੇ ਉਹਦਾ ਬੈਠਾ। ਠੀਕ ਹੈ ਭਾਈ, ਤੁਸੀਂ ਕਿਤੇ ਸਾਲ 2 ਸਾਲ ਬਾਅਦ ਇੰਡੀਆ ਜਾਣਾ ਹੁੰਦਾ, ਉੱਥੇ ਜਾ ਕੇ ਤੁਹਾਨੂੰ ਹਾਰ ਹੂਰ ਪੈ ਜਾਂਦੇ ਆ। ਇਹ ਤੋਂ ਵੱਧ ਹੋ ਤੁਹਾਡੀ ਕੋਈ ਔਕਾਤ ਉੱਥੇ ਵੀ ਬਣਨੀ ਨਹੀਂ। ਤੁਸੀਂ ਘੱਟੋ ਘੱਟ ਸੱਚ ਬੋਲਣ ਦੀ ਜਿਹੜੀ ਹੈ ਉਹ ਜ਼ੁਰਤ ਤੇ ਹਿੰਮਤ ਰੱਖੋ, ਠੀਕ ਹੈ। ਜਿੱਥੇ ਤੱਕ ਜਿਹੜੀ ਤੁਹਾਡੀ ਮੁੱਢਲੀ ਜਿਹੜੀ ਵਫਾਦਾਰੀ ਆ ਜਾਂ ਤੁਸੀਂ ਸਪਸ਼ਟ ਕਰ ਦਿਓ ਵੀ ਕਿਹਦੇ ਨਾਲ ਆ, ਫਿਰ ਬੰਦੇ ਨੂੰ ਪਤਾ ਲੱਗ ਜੇ ਜਿਵੇਂ ਤੁਸੀਂ ਪਹਿਲਾਂ ਕਿਹਾ। ਸੋ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਰੋਤੇ ਆ ਇਸ ਤੋਂ ਸੁਣ ਕੇ ਜ਼ਰੂਰ ਇਸ ਦੇ ਉੱਤੇ ਜਿਹੜੀਆਂ ਵਿਚਾਰ ਕਰਨਗੇ ਤੇ ਬੋਲਦਿਆਂ ਕੋਲੋਂ ਸਾਡੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇ ਇੱਥੇ ਹੀ ਅੱਜ ਦੇ ਇਸ ਪ੍ਰੋਗਰਾਮ ਦੀ ਅਸੀਂ ਜਿਹੜੀ ਆ ਉਹ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।